ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ, ਸਿਮਰੋ ਅੰਗਦ ਦੁਖ, ਸ੍ਰੀ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ। ਸ੍ਰੀ ਗੁਰੂ ਰਾਮਦਾਸ ਗੁਣ, ਸ੍ਰੀ ਗੁਰੂ ਅਰਜਨ ਬਿਗਨ ਨਾਨਕ ਨਾਸ਼ਕ ਬਿਗਨ। ਸ੍ਰੀ ਗੁਰੂ ਹਰਗੋਬਿੰਦ ਸ਼ੁਭ ਸੁਮਤ, ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ। ਸ੍ਰੀ ਹਰਿ ਕ੍ਰਿਸ਼ਨ ਮਨਾਉ, ਤੇਗ ਬਹਾਦਰ ਪਰਮ ਕਿਰਪਾਲ ਜੀ ਪਰਮ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰਉ ਤਰ ਪਰ ਪੁਨ ਪੁਨ ਸੀਸਾ ਜੀ। ਪੁਨ ਪੁਨ ਸੀਸਾ, ਬੰਦਾ ਬਾਰ ਬਾਰ ਜਗਦੀਸਾ।
ਸੀਸਾ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਕਰਤ ਭਗਤੀਏ ਭਗਤ ਪ੍ਰਕਾਰਾ। ਰਾਧਾ ਕਿਸ਼ਨ ਬੀਕ ਤਨ ਧਾਰਾ। ਕੋਤਕ ਹੋਵਤ ਗੁਰੂ ਅਗਾਰੀ। ਪਿਖੇ ਤਮਾਸ਼ੋ ਬੋ ਨਰ ਨਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਐਸੇ ਦੀਨ ਦਇਆਲ ਪਾਤਸ਼ਾਹ ਪਰਮ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ 10 ਪਾਤਸ਼ਾਹੀਆਂ ਕੇ ਆਤਮਿਕ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਹਾਲਤ ਪਲਤ ਦੇ ਰੱਖਿਅਕ ਰੂਹਾਨੀਅਤ ਦੇ ਮੁਜੱਸਮੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ। ਤੰਤਾ ਦੇ ਯੋਗ ਹੋ ਜੋ ਆਪ ਜੀ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਨ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਬਹੁਤ ਹੀ ਪ੍ਰੇਮ ਵਿੱਚ ਭਿੱਜ ਕਰਕੇ ਗੁਰੂ ਕੇ ਕੀਰਤਨੀਏ ਰੱਬੀ ਬਾਣੀ ਦੇ ਸ਼ਬਦ ਕੀਰਤਨ ਗਾਇਨ ਕਰ ਰਹੇ ਸਨ। ਆਪ ਸਮੁੱਚੀਆਂ ਸੰਗਤਾਂ ਦੇਵਤਿਆਂ ਵਤ ਸਮਾਧੀਆਂ ਲਾ ਕੇ ਬੜੇ ਮੰਤਰ ਮੁਗਧ ਹੋਏ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਨ ਕਰ ਰਹੇ ਸੀ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀ ਨੇ ਸਰਵਨ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਗੁਰੂ ਨਾਨਕ ਜਿਨ ਸੁਨਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਮੁੱਚੀ ਲੋਕਾਈ ਨੂੰ
ਕਰਮ ਕਾਂਡਾਂ ਵਿੱਚੋਂ ਕੱਢ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੋੜਦੇ, ਸਤਨਾਮ ਦਾ ਜਾਪ ਜਪਾਉਂਦੇ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਉਦਾਸੀ ਲਿਬਾਸ ਸਰੀਰ ਤੇ ਧਾਰਨ ਕੀਤਾ ਸੀ, ਜਦੋਂ ਕਰਤਾਰਪੁਰ ਨਗਰ ਦੇ ਵਿੱਚ ਪਹੁੰਚੇ, ਇੱਥੇ ਪਹੁੰਚ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਉਦਾਸੀਆਂ ਵਾਲਾ ਜਿਹੜਾ ਭੇਖ ਸੀ, ਲਿਬਾਸ ਸੀ, ਉਤਾਰਿਆ। ਫਿਰ ਉਹੀ ਗ੍ਰਸਤੀਆਂ ਵਾਲੇ ਕੱਪੜੇ ਪਹਿਨੇ। ਉਸੇ ਤਰ੍ਹਾਂ ਕਰਤਾਰਪੁਰ ਸਾਹਿਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਦੀਵਾਨ ਸਜਣ ਲੱਗੇ। ਗੁਰੂ ਸਾਹਿਬ ਆਪਣੇ ਤਖਤ ਤੇ ਸ਼ੋਭਦੇ, ਬਾਣੀ ਦਾ ਜਾਪ, ਸਤਨਾਮ ਵਾਹਿਗੁਰੂ ਦਾ ਜਾਪ ਸੰਗਤਾਂ ਕਰਦੀਆਂ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦੀਆਂ। ਲੰਗਰ ਪ੍ਰਥਾ ਜੋ ਗੁਰੂ ਸਾਹਿਬ ਜੀ ਨੇ ਕਾਇਮ ਕੀਤੀ, ਲੰਗਰ ਚੱਲਦਾ। ਸਤਿਗੁਰੂ ਪਾਤਸ਼ਾਹ ਜੀ ਨੇ ਹੱਥੀਂ ਕਿਰਤ ਕਰਨੀ ਕਿ ਜਦੋਂ ਪ੍ਰਚਾਰ ਦੌਰੇ ਤੇ ਜਾਂਦੇ, ਪ੍ਰਚਾਰ ਕਰਦੇ, ਸੰਗਤਾਂ ਨੂੰ ਪਰਮੇਸ਼ਰ ਨਾਲ ਜੋੜਦੇ, ਕਰਮ ਕਾਂਡਾਂ ਵਿੱਚੋਂ ਕੱਢਦੇ, ਵਹਿਮਾਂ ਭਰਮਾਂ ਚੋਂ ਕੱਢਦੇ। ਜਦੋਂ ਵਾਪਸ ਆਉਂਦੇ ਫਿਰ ਆਪਣਾ ਹੋਈ ਹੱਥੀਂ ਕਿਰਤ ਕਰਨ ਦਾ, ਖੇਤੀ ਕਰਨ ਦਾ ਜਿਹੜਾ ਕਾਰਜ ਹੈ ਉਹ ਆਰੰਭ ਕਰ ਲੈਂਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿਹੜਾ ਸਿਧਾਂਤ ਦਿੱਤਾ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ, ਉਹ ਕੇਵਲ ਲੁਕਾਈ ਨੂੰ ਨਹੀਂ ਕਿਹਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪ ਹੱਥੀਂ ਕਿਰਤ ਕੀਤੀ ਹੈ। ਮੋਦੀ ਖਾਨਾ ਚਲਾਇਆ। ਕਰਤਾਰਪੁਰ ਸਾਹਿਬ ਦੇ ਵਿੱਚ ਰਹਿੰਦੇ ਆ ਸਤਿਗੁਰੂ ਪਾਤਸ਼ਾਹ ਜੀ ਖੇਤੀ ਦਾ ਕੰਮ ਕਰਦੇ। ਸੋ ਹੱਥੀਂ ਕਿਰਤ ਕਰਨ ਦਾ ਵੱਲ ਸਿਖਾਇਆ। ਗੁਰੂ ਸਾਹਿਬ ਜੀ ਨੇ ਆਪ ਹੱਥੀਂ ਕਿਰਤ ਕੀਤੀ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ। ਉਦਮ ਕਰੇਂਦਿਆਂ ਜਿਉ ਤੂੰ ਕਮਾਵੰਦਿਆਂ ਸੁਖ ਪਹੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ ਦਾ ਉਪਦੇਸ਼ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਸੁਣਿਆ ਕਿ ਅਚਲ ਬਟਾਲੇ ਦੇ ਵਿੱਚ ਸ਼ਿਵਰਾਤਰੀ ਦਾ ਮੇਲਾ ਭਰ ਰਿਹਾ ਹੈ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸ਼ਿਵਰਾਤਰੀ ਦਾ ਮੇਲਾ ਸੁਣ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅਚਲ ਬਟਾਲੇ ਵੱਲ ਨੂੰ ਗੁਰੂ ਸਾਹਿਬ ਜੀ ਨੇ ਚਾਲਾ ਪਾਇਆ। ਕਿਉਂਕਿ ਜਦੋਂ ਕਿਤੇ ਵੀ ਕਿਤੇ ਤੀਰਥ ਅਸਥਾਨ ਤੇ ਕਿਤੇ ਕੋਈ ਅਜਿਹਾ ਭਾਰੀ ਇਕੱਠ ਹੁੰਦਾ, ਮੇਲਾ ਭਰਦਾ, ਜਿੱਥੇ ਲੋਕ ਵੱਡੀ ਗਿਣਤੀ ਵਿੱਚ ਜੁੜਦੇ, ਗੁਰੂ ਸਾਹਿਬ ਉੱਥੇ ਪਹੁੰਚ ਕਰਕੇ ਜਾਂਦੇ। ਕਿਉਂਕਿ ਬਹੁਤ ਥਾਈਂ ਜਾਣ ਨਾਲੋਂ ਜਿਹੜੇ ਬਹੁਤ ਲੋਕ ਸਨ ਇਲਾਕੇ ਦੇ, ਦੂਰ ਦੂਰ ਤੋਂ ਚੱਲ ਕੇ ਆਏ, ਇਕੱਠੇ ਹੁੰਦੇ ਤੇ ਇਕੱਠ ਦੇ ਵਿੱਚ ਉਪਦੇਸ਼ ਦੇਣਾ ਸਾਰਿਆਂ ਨੂੰ ਸੌਖਾ ਹੋ ਜਾਂਦਾ। ਗੁਰੂ ਨਾਨਕ ਸਾਹਿਬ ਜੀ ਪਹੁੰਚੇ ਤੇ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪਹੁੰਚੇ ਤੇ ਗੁਰੂ ਸਾਹਿਬ ਦੇ ਦੀਦਾਰ ਕਰਨ ਵਾਸਤੇ ਲੋਕਾਂ ਦਾ ਭਾਰੀ ਇਕੱਠ ਹੋਇਆ। ਵਣਦੇ ਵੱਡੇ ਗਿਣਤੀ ਦੇ ਵਿੱਚ ਲੋਕ ਉਮੜ ਕੇ ਆ ਗਏ ਗੁਰੂ ਸਾਹਿਬ ਦੇ ਦੀਦਾਰ ਕਰਨ ਵਾਸਤੇ। ਸਿੱਧਾਂ ਦੇ ਕੋਲੋਂ ਇਹ ਸਹਾਰਿਆ ਨਾ ਗਿਆ। ਉਹਨਾਂ ਨੇ ਈਰਖਾ ਖਾਧੀ, ਬੜੀ ਤੇਜ਼ ਹਨੇਰੀ ਜਿਹੜੀ ਹੈ ਚਲਾਉਣਾ ਕੀਤੀ, ਗੜੇ ਆਦਿਕ ਜਿਹੜੇ ਬਹੁਤ ਪਏ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉੱਚੀ ਜਗ੍ਹਾ ਤੇ ਆਪਣਾ ਆਸਣ ਲਾ ਕੇ ਅਡੋਲ ਬੈਠੇ। ਈਰਖਾ ਵਸ ਹੋਏ, ਕੋਈ ਪੇਸ਼ ਨਹੀਂ ਚੱਲਦੀ। ਜੋਗੀ ਮੰਗਲਨਾਥ ਨੇ ਸਮਝਾਉਣਾ ਕੀਤਾ ਕਿ ਤੁਸੀਂ ਏਦਾਂ ਈਰਖਾ ਨਾ ਕਰੋ। ਪਹਿਲਾਂ ਵੀ ਤੁਸੀਂ ਉਹਨਾਂ ਦੇ ਕੋਲੋਂ ਹਾਰ ਚੁੱਕੇ ਹੋ, ਹੁਣ ਤੁਹਾਨੂੰ ਇਸ ਤਰ੍ਹਾਂ ਨਾਲ ਈਰਖਾ ਨਹੀਂ ਕਰਨੀ ਚਾਹੀਦੀ। ਤਾਂ ਅੱਗੋਂ ਭੰਗਰਨਾਥ ਉਹਨੂੰ ਵੀ ਔਖਾ ਹੋ ਕੇ ਬੋਲਿਆ
ਕਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਇੱਥੇ ਵਾਰਤਾਲਾਪ ਹੁੰਦੀ ਹੈ। ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਕਰਤ ਭਗਤੀਏ ਭਗਤ ਪ੍ਰਕਾਰਾ। ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣਾ ਆਸਣ ਲਾਇਆ ਹੋਇਆ ਸੀ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋਇਆ, ਹੁਣ ਇੱਥੇ ਗੁਰੂ ਸਾਹਿਬ ਜੀ ਦੇ ਸਨਮੁਖ ਜਿਹੜੇ ਭਗਤੀਏ ਕਹਿੰਦੇ ਨੇ, ਜਿਹੜੇ ਰਾਸ ਪਾਉਣ ਵਾਲੇ ਨੇ ਉਹਨਾਂ ਨੂੰ ਭਗਤੀਏ ਕਹਿੰਦੇ ਨੇ। ਇਹ ਭਗਤੀਏ ਜਿਹੜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਨਮੁਖ ਜਿਹੜਾ ਉਹ ਰਾਸ ਪਾ ਰਹੇ ਸਨ। ਰਾਧਾ ਕਿਸ਼ਨ ਬੀਕ ਤਨ ਤਾਰਾ। ਇਹਨਾਂ ਨੇ ਰਾਧਾ ਦਾ ਕ੍ਰਿਸ਼ਨ ਦਾ ਜਿਹੜਾ ਵੇਸ ਸੀ ਉਹ ਧਾਰਨ ਕੀਤਾ ਹੋਇਆ ਸੀ। ਰਾਸ ਪਾਉਣ ਵਾਲਿਆਂ ਨੇ, ਇਹ ਰਾਸ ਧਾਰੀਆਂ ਨੇ, ਰਾਧਾ ਤੇ ਕ੍ਰਿਸ਼ਨ ਦਾ ਜਿਹੜਾ ਵੇਸ ਸੀ ਉਹ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ ਸੀ। ਕੋਤਕ ਹੋਵਤ ਗੁਰੂ ਅਗਾਰੀ। ਇਸ ਤਰ੍ਹਾਂ ਦੇ ਨਾਲ ਇਹ ਅਨੇਕ ਪ੍ਰਕਾਰ ਦੇ ਕੌਤਕ ਕਰ ਰਹੇ ਸਨ, ਰਾਸ ਪਾ ਰਹੇ ਸਨ। ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ ਅਜਿਹੇ ਜਿਹੜੇ ਕੌਤਕ ਸਨ ਉਹ ਕਰਕੇ ਲੋਕਾਂ ਨੂੰ ਵਿਖਾ ਰਹੇ ਸਨ। ਪਿਖੇ ਤਮਾਸ਼ੋ ਬੋ ਨਰ ਨਾਰੀ। ਤੇ ਜਿਹੜਾ ਇਹ ਤਮਾਸ਼ਾ ਸੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇਕੱਠੇ ਹੋਏ, ਉਹ ਲੋਕ ਇਹ ਸਾਰਾ ਤਮਾਸ਼ਾ ਜਿਹੜਾ ਸੀ ਉਹ ਵੇਖ ਰਹੇ ਸਨ। ਅਧਿਕ ਭੀੜ ਪਰ ਰਹੀ ਚੁਫੇਰੇ। ਚਾਰ ਚੁਫੇਰੇ ਬੜੀ ਵੱਡੀ ਭੀੜ ਸੀ। ਇੱਕ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਲੋਕ ਚੱਲ ਕੇ ਆਏ, ਵੱਡਾ ਇਕੱਠ ਹੋਇਆ। ਦੂਜਾ ਇਹ ਰਾਸ ਧਾਰੀਏ ਜਿਹੜੇ ਸਨ, ਰਾਸ ਪਾ ਰਹੇ ਸਨ, ਅਨੇਕਾਂ ਤਰ੍ਹਾਂ ਦੇ ਕੌਤਕ ਕਰ ਰਹੇ ਸਨ। ਉਹਨਾਂ ਕੌਤਕਾਂ ਨੂੰ ਵੇਖਣ ਵਾਸਤੇ ਲੋਕਾਂ ਦਾ ਬਹੁਤ ਵੱਡਾ ਇਕੱਠ ਸੀ। ਚਾਰ ਚੁਫੇਰੇ ਬਹੁਤ ਵੱਡੀ ਜਿਹੜੀ ਭੀੜ ਜੁੜੀ ਹੋਈ ਸੀ। ਖਰੇ ਹੋਣ ਕੋ ਥਾਉ ਨਾਹੀ ਰੇ। ਇੰਨੀ ਜ਼ਿਆਦਾ ਭੀੜ ਸੀ, ਇੰਨਾ ਵੱਡਾ ਇਕੱਠ ਸੀ ਕਿ ਖੜੇ ਹੋਣ ਲਈ ਵੀ ਥਾਂ ਨਹੀਂ ਸੀ ਮਿਲਦੀ। ਤਿਲ ਸੁੱਟਿਆ ਭੋਏ ਤੇ ਨਹੀਂ ਸੀ ਡਿੱਗਦਾ, ਇੰਨਾ ਬਹੁਤ ਵੱਡਾ ਭਾਰੀ ਇਕੱਠ ਸੀ ਲੋਕਾਂ ਦਾ। ਲక్ష్ਮੀ ਬਰਖ ਰਹੀ ਤੇ ਭਾਰੀ। ਤੇ ਉੱਥੇ ਜਿਹੜੇ ਲక్ష్ਮੀ ਸੀ ਮਾਨੋ ਉਹਦੇ ਵਰਖਾ ਹੋ ਰਹੀ ਸੀ। ਬਹੁਤ ਭਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਲక్ష్ਮੀ ਮਾਇਆ ਸੀ ਉਹ ਵਰਸ ਰਹੀ ਸੀ। ਸਰਬ ਦੇਤ ਕਰ ਚਿੱਤ ਉਦਾਰੀ। ਤੇ ਸਾਰੇ ਬੜੇ ਦਿਲ ਖੋਲ ਕੇ ਇਹਨਾਂ ਰਾਸ ਧਾਰੀਆਂ ਨੂੰ ਦਿਲ ਖੋਲ ਕੇ ਜਿਹੜੇ ਉੱਥੇ ਲੋਕ ਜਿਹੜੇ ਉਹ ਮਾਇਆ ਦੇ ਰਹੇ ਸਨ। ਬੜੇ ਵੱਡੀ ਗਿਣਤੀ ਦਾ ਇਕੱਠ ਸੀ ਤੇ ਸਾਰਿਆਂ ਨੇ ਦਿਲ ਖੋਲ ਕੇ ਜਿਹੜੀ ਮਾਇਆ ਉਹ ਦੇਣਾ ਕੀਤੀ। ਅਸ ਮਹਿਮਾ ਕੋ ਪਿਖ ਖੁਨ ਸਾਏ। ਅਜਿਹੀ ਮਹਿਮਾ ਨੂੰ ਵੇਖ ਕਰਕੇ ਜਿਹੜੇ ਜੋਗੀ ਸਨ ਉਹ ਈਰਖਾਲੂ ਹੋ ਗਏ। ਮਨ ਵਿੱਚ ਈਰਖਾ ਆ ਗਈ, ਬੜੇ ਕ੍ਰੋਧਿਤ ਹੋਏ। ਕ੍ਰੋਧ ਦੀ ਅਗਨੀ ਜਿਹੜੀ ਸੀ ਅੰਦਰ ਉਹ ਬਲ ਉੱਠੀ ਤੇ ਬੜੇ ਈਰਖਾਲੂ ਹੋਏ ਹਨ। ਜਰੀ ਨ ਜਾਏ ਜਰੇ ਪਛਤਾਏ। ਤੇ ਹੁਣ ਇਹ ਇਹਨਾਂ ਦੇ ਕੋਲੋਂ ਜਰਿਆ ਨਹੀਂ ਜਾਂਦਾ। ਗੁਰੂ ਸਾਹਿਬ ਜੀ ਦੀ ਮਹਿਮਾ ਜਿਹੜੀ ਉਹ ਜਰੀ ਨਹੀਂ ਜਾਂਦੀ ਤੇ ਈਰਖਾ ਦੀ ਅੱਗ ਦੇ ਨਾਲ ਅੰਦਰੋਂ ਸੜ ਰਹੇ ਨੇ। ਜਰੀ ਨਾ ਜਾਏ ਜਰੇ ਪਛਤਾਏ, ਤੇ ਬੜੇ ਪਛਤਾਉਂਦੇ ਨੇ, ਝੂਰਦੇ ਨੇ ਤੇ ਈਰਖਾ ਦੀ ਅੱਗ ਦੇ ਨਾਲ ਅੰਦਰੋਂ ਸੜ ਰਹੇ ਹਨ। ਪਾਵਕ ਜਿਸ ਪ੍ਰਕਾਰ ਕ੍ਰਿਤ ਪਰਸੇ। ਜਿਵੇਂ ਅੱਗ ਦੇ ਉੱਤੇ ਘਿਓ ਪਾਈਏ ਤੇ ਘਿਓ ਪੈਣ ਦੇ ਨਾਲ ਜਿਹੜੀ ਅੱਗ ਹੈ ਉਹ ਲਟ ਕਰਕੇ ਬਲ ਉੱਠਦੀ ਹੈ। ਇੱਕਦਮ ਭਾਂਬੜ ਬਲ ਉੱਠਦੇ ਨੇ ਅੱਗ ਦੇ ਜਦੋਂ ਅੱਗ ਦੇ ਉੱਤੇ ਘਿਓ ਪਾਉਣਾ ਕਰੀਏ। ਮਾਨੋ ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਇਹ ਮਹਾਨ ਮਹਿਮਾ ਨੂੰ ਵੇਖ ਕੇ ਜਲ ਬਲ ਉੱਠੇ ਹਨ। ਇਹਨਾਂ ਦੇ ਅੰਦਰੋਂ ਈਰਖਾ ਦੀ ਅੱਗੀ ਅਗਨੀ ਜਿਹੜੀ ਉਹ ਭਾਂਬੜ ਜਿਹੜਾ ਹੈ ਬਲਿਆ ਹੈ। ਸਿੱਧਨ ਰਿਸ ਬ੍ਰਿਧੀ ਤਬ ਸਰਸੇ। ਇਸ ਪ੍ਰਕਾਰ ਦੇ ਨਾਲ ਜਿਹੜੇ ਸਿੱਧ ਸਨ, ਹੁਣ ਇਹਨਾਂ ਨੇ ਮਨ ਅੰਦਰ ਬਹੁਤ ਭਾਰੀ ਜਿਹੜਾ
ਉਹ ਰੋਸ ਕੀਤਾ, ਬੜਾ ਕ੍ਰੋਧ ਇਹਨਾਂ ਦੇ ਅੰਦਰ ਜਿਹੜਾ ਉਹ ਵਧਿਆ ਹੈ। ਨਿਰਤਕ ਨਿਕਟ ਜੋ ਲੋਟਾ ਹੋਈ। ਤੇ ਜਿਹੜੇ ਉਹ ਰਾਸ ਧਾਰੀ ਸਨ, ਰਾਸ ਪਾ ਰਹੇ ਸਨ, ਨਿਰਤ ਆਦਿਕ ਕਰ ਰਹੇ ਸਨ, ਉਹਨਾਂ ਨੇ ਉੱਥੇ ਇੱਕ ਲੋਟਾ ਰੱਖਿਆ ਸੀ ਮਾਇਆ ਪਾਉਣ ਵਾਸਤੇ। ਉਹ ਲੋਟਾ ਜਿਹੜਾ ਉਹਨਾਂ ਨੇ ਮਾਇਆ ਪਾਉਣ ਵਾਸਤੇ ਆਪਣੇ ਕੋਲ, ਆਪਣੇ ਨੇੜੇ ਰੱਖਿਆ ਹੋਇਆ ਸੀ। ਉਤੋ ਦਰਬ ਸੋ ਪੂਰਨ ਸੋਈ। ਤੇ ਹੁਣ ਲੋਕ ਜਿਹੜੇ ਸਨ ਉਹ ਬਹੁਤ ਧਨ ਦੇ ਰਹੇ ਸਨ, ਦਿਲ ਖੋਲ ਕੇ ਧਨ ਦੇ ਰਹੇ ਸਨ। ਹੁਣ ਉਹ ਲੋਟਾ ਜਿਹੜਾ ਉੱਪਰੋਂ ਤੱਕ ਪੈਸਿਆਂ ਦੇ ਨਾਲ ਭਰਿਆ ਹੋਇਆ ਸੀ। ਭੰਗਰਨਾਥ ਗੁਪਤੋ ਤਬ ਹੋਏ ਕੈ। ਹੁਣ ਜਿਹੜਾ ਭੰਗਰਨਾਥ ਸੀ, ਕਿਉਂਕਿ ਇਹਨਾਂ ਨੇ ਯੋਗ ਸਾਧਨਾ ਦੇ ਨਾਲ ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ, ਤੇ ਇਹਨੇ ਅਲੋਪ ਹੋ ਕੇ, ਗੁਪਤ ਹੋ ਕੇ, ਭੰਗਰਨਾਥ ਨੇ ਜਿਹੜਾ ਉਹ ਮਾਇਆ ਦਾ ਭਰਿਆ ਹੋਇਆ ਲੋਟਾ ਸੀ ਉਹ ਉੱਥੋਂ ਚੁੱਕ ਲਿਆ। ਕਹੂੰ ਦੁਰਾਇਓ ਲੋਟਾ ਲੈ ਕੇ। ਉਹ ਲੋਟਾ ਉੱਥੋਂ ਲੈ ਕੇ ਭੰਗਰਨਾਥ ਨੇ ਕਿਤੇ ਜਿਹੜਾ ਉਹ ਛੁਪਾ ਦਿੱਤਾ ਹੈ। ਨਿਰਤਕ ਨਿਕਟ ਪਿਖਿਓ ਸੋ ਨਾਈ। ਹੁਣ ਜਿਹੜਾ ਉਹ ਨਿਰਤਕ ਸੇ ਨਿਰਤ ਕਰ ਰਹੇ ਸੀ, ਰਾਸ ਪਾ ਰਹੇ ਸੀ, ਹੁਣ ਜਦੋਂ ਉਹਨੇ ਵੇਖਿਆ ਕਿ ਲੋਟਾ ਭਰਿਆ ਇੱਥੇ ਮਾਇਆ ਦਾ ਪਿਆ ਸੀ, ਪਰ ਹੁਣ ਨਜ਼ਰ ਨਹੀਂ ਆਉਂਦਾ, ਉਹ ਪੈਸਿਆਂ ਦਾ ਭਰਿਆ ਹੋਇਆ ਲੋਟਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਬਿਸਰੀ ਭਗਤ ਝੁਰਤ ਉਰਮਾਈ। ਭਗਤ ਤੋਂ ਭਾਵ ਰਾਸ, ਜਿਹੜੀ ਰਾਸ ਪਾ ਰਹੇ ਸਨ। ਹੁਣ ਜਦੋਂ ਮਾਇਆ ਵੇਖੀ ਵੀ ਸਾਹਮਣੇ ਮਾਇਆ ਹੈ ਨਹੀਂ, ਲੋਟਾ ਜਿਹੜਾ ਗੁੰਮ ਹੋ ਗਿਆ, ਜਿੰਨੀ ਮਾਇਆ ਆਉਂਦੀ ਸੀ ਉਹਨੇ ਹੋਰ ਖੁਸ਼ ਹੋ ਕੇ ਰਾਸ ਪਾਉਂਦੇ। ਤੇ ਜਦੋਂ ਇਹ ਚਲੀ ਜਾਂਦੀ ਹੈ ਮਨੁੱਖ ਫਿਰ ਰੋਣਾ ਵੀ ਸ਼ੁਰੂ ਕਰ ਦਿੰਦਾ ਹੈ। ਜਦੋਂ ਆਉਂਦੀ ਹੈ ਉਦੋਂ ਬੜਾ ਹੱਸਦਾ ਹੈ, ਤੇ ਜਦੋਂ ਜਾਂਦੀ ਹੈ ਫਿਰ ਝੂਰਦਾ ਵੀ ਹੈ, ਰੋਂਦਾ ਵੀ ਹੈ। ਹੁਣ ਜਦੋਂ ਉਹ ਲੋਟਾ ਨਜ਼ਰ ਨਹੀਂ ਆਇਆ ਸਾਹਮਣੇ, ਤੇ ਜਿਹੜੀ ਇਹ ਰਾਸ ਪਾ ਰਹੇ ਸਨ ਉਹ ਰਾਸ ਪਾਣੀ ਭੁੱਲ ਗਏ। ਕਹਿਣ ਲਗੇ ਲੋਟਾ ਕਿਨ ਲੀਨਾ। ਕਹਿਣ ਲੱਗੇ ਕਿ ਇੱਥੇ ਮਾਇਆ ਦਾ ਲੋਟਾ ਪਿਆ ਸੀ, ਉਹ ਪਤਾ ਨਹੀਂ ਕਿੰਨੇ ਚੁੱਕ ਲਿਆ, ਕਿੰਨੇ ਲੈ ਲਿਆ, ਉਹ ਨਜ਼ਰ ਨਹੀਂ ਆ ਰਿਹਾ। ਖੋਜਤ ਪਏ ਰੋਰ ਵੱਡ ਕੀਨਾ। ਤੇ ਖੋਜਣ ਲੱਗੇ, ਇੱਧਰ ਉੱਧਰ ਭਾਲ ਕਰਨ ਲੱਗੇ, ਬਹੁਤ ਭਾਰੀ ਰੌਲਾ ਪਾਇਆ ਇਹਨਾਂ ਨੇ, ਸ਼ੋਰ ਮਚਾ ਦਿੱਤਾ ਕਿ ਸਾਡਾ ਕੋਈ ਲੋਟਾ ਚੁੱਕ ਕੇ ਲੈ ਗਿਆ। ਮਾਇਆ ਦਾ ਭਰਿਆ ਲੋਟਾ ਸੀ। ਕਹਿਣ ਲੱਗੇ ਕਿ ਸਾਡਾ ਜਿਹੜਾ ਲੋਟਾ ਸੀ ਉਹ ਕੋਈ ਚੁੱਕ ਕੇ ਲੈ ਗਿਆ। ਇਸ ਤਰ੍ਹਾਂ ਦੇ ਨਾਲ ਰੌਲਾ ਪਾਉਣਾ ਸ਼ੁਰੂ ਕੀਤਾ। ਸਿੱਧਨ ਮਤ ਸਰ ਧਰ ਕੀਏ ਖਾਮੀ। ਤੇ ਸਿੱਧਾ ਨੇ ਜਿਹੜਾ ਸੀ ਈਰਖਾ ਜਿਹੜੀ ਸੀ ਉਹ ਧਾਰ ਕੇ ਈਰਖਾ ਵਸ ਹੋਇਆ ਨੇ, ਅਜਿਹੀ ਜਿਹੜੀ ਹੈ ਇਹ ਖੋਟਾ ਕੰਮ ਕੀਤਾ। ਸਰਬ ਜਾਨ ਕਰ ਅੰਤਰਯਾਮੀ। ਹੁਣ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ, ਉਹਨਾਂ ਦੇ ਕੋਲੋਂ ਕੀ ਲੁਕਿਆ ਛੁਪਿਆ ਹੈ? ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜਾਣਦੇ ਸਨ ਵੀ ਇਹ ਕੰਮ ਸਿੱਧਾਂ ਦਾ ਹੈ। ਭੰਗਰਨਾਥ ਨੇ ਚੁੱਕ ਕੇ ਉਹ ਲੋਟਾ ਲੁਕਾਇਆ ਹੈ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਇਹ ਜਾਣਦੇ ਸਨ। ਲੋਟਾ ਦਵੈ ਸਤ ਕੋਸ ਪੁਚਾਇਓ। ਹੁਣ ਇਹਨਾਂ ਸਿੱਧਾਂ ਨੇ ਕੀ ਕੀਤਾ? ਭੰਗਰਨਾਥ ਨੇ ਜਿਹੜਾ ਉਹ ਲੋਟਾ ਸੀ ਉਹ 200 ਕੋਹ ਦੂਰ ਆਕਾਸ਼ ਦੇ ਵਿੱਚ ਲੁਕਾ ਦਿੱਤਾ, ਉੱਥੇ ਰੱਖ ਦਿੱਤਾ, ਆਕਾਸ਼ ਛੁਪਾ ਕੇ ਰੱਖ ਦਿੱਤਾ। 200 ਕੋਹ ਦੂਰ ਦੀ ਦੂਰੀ ਤੇ ਇਹਨਾਂ ਨੇ ਜਿਹੜਾ ਲੋਟਾ ਸੀ ਉਹ ਉੱਥੇ ਛੁਪਾ ਦਿੱਤਾ ਤਾਂ ਕਿ ਕਿਸੇ ਨੂੰ ਲੱਭ ਨਾ ਸਕੇ। ਨਭ ਮੈਂ ਕਰਕੇ ਸ਼ਕਤ ਟਿਕਾਇਓ। ਸਾਰੀਆਂ ਸ਼ਕਤੀਆਂ ਜਿਹੜੀਆਂ ਇਹਨਾਂ ਦੀਆਂ ਸਨ ਉਹ ਸਾਰੀਆਂ ਸ਼ਕਤੀਆਂ ਇਕੱਠੀਆਂ ਕਰਕੇ ਉਹ ਸ਼ਕਤੀਆਂ ਦੇ ਨਾਲ ਉਹ ਜਿਹੜਾ ਲੋਟਾ ਸੀ ਉਹ ਆਕਾਸ਼ ਦੇ ਵਿੱਚ ਛੁਪਾ ਦਿੱਤਾ। ਸ਼੍ਰੀ ਗੁਰ ਬਿਨਾ ਬਿਲਮ ਤੇ ਜਾਈ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਬਿਨਾਂ ਦੇਰੀ ਕੀਤਿਆਂ, ਇਹਨਾਂ ਨੇ ਤਾਂ ਲੋਟਾ ਬੜੇ ਦੂਰ ਲੁਕਾਇਆ ਆਕਾਸ਼ ਵਿੱਚ ਵੀ, ਉੱਥੋਂ ਕੋਈ ਲੱਭ ਨਹੀਂ ਸਕੇਗਾ, ਕੋਈ ਲਿਆ ਨਹੀਂ ਸਕੇਗਾ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਬਿਨਾਂ ਦੇਰੀ ਕੀਤਿਆਂ ਉਹ ਜਿਹੜਾ ਲੋਟਾ ਆਕਾਸ਼ ਵਿੱਚ ਲੁਕਾਇਆ ਸੀ ਉਹ ਲੋਟਾ ਜਿਹੜਾ ਲੱਭ ਲਿਆ। ਹਾਥ ਉਠਾਏ ਦੀਨ ਤੇ ਤਾਈ। ਤੇ ਉਹ ਲੋਟਾ ਜਿਹੜਾ ਸੀ ਆਪਣੇ ਹੱਥ ਵਿੱਚ ਚੁੱਕਿਆ ਗੁਰੂ ਪਾਤਸ਼ਾਹ ਜੀ ਨੇ, ਤੇ ਉਹ ਲੋਟਾ ਪਕੜ ਕਰਕੇ ਉਹ ਰਾਸ ਧਾਰੀਆਂ ਨੂੰ ਜਿਹੜਾ ਸੀ ਲੋਟਾ ਉਹ ਦੇਣਾ ਕੀਤਾ। ਪਿਖ ਅਜ਼ਮਤ ਪੁਨ ਸਿੱਧ ਰਸਾਏ। ਤੇ ਜਦੋਂ ਇਹ ਭਾਵ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਕਰਾਮਾਤ ਵੇਖੀ ਕਿ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਲੱਭ ਕੇ ਦੇ ਦਿੱਤਾ ਸੀ, ਤਾਂ ਆਕਾਸ਼ ਵਿੱਚ ਲੁਕਾਇਆ ਸੀ ਕਿ ਕਿਸੇ ਨੂੰ ਪਤਾ ਨਹੀਂ ਲੱਗਣਾ, ਪਰ ਇਹ ਤਾਂ ਗੁਰੂ ਜੀ ਨੇ ਆਪਣੀ ਕਰਾਮਾਤ ਆਪਣੀ ਸ਼ਕਤੀ ਦੇ ਨਾਲ ਜਿਹੜਾ ਉਹ ਲੋਟਾ ਲੱਭ ਕੇ ਦੇ ਦਿੱਤਾ ਹੈ।
ਬੜੇ ਇਹਨਾਂ ਨੂੰ ਜਿਹੜਾ ਕ੍ਰੋਧਿਤ ਹੋਏ, ਬੜਾ ਕ੍ਰੋਧ ਆਇਆ ਇਸ ਗੱਲ ਦਾ। ਚਰਚਾ ਹੇਤ ਨਿਕਟ ਚੱਲ ਤੇ ਆਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਚਰਚਾ ਕਰਨ ਵਾਸਤੇ ਇਹ ਸਾਰੇ ਜਿਹੜੇ ਜੋਗੀ ਸਨ, ਖਾਦੇ ਖੁਨਸ ਜੋਗੇਸਰਾਂ, ਤੇ ਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਗਏ ਸਾਰੇ ਜਿਹੜੇ ਯੋਗੀ ਸਨ, ਉਹ ਗੁਰੂ ਸਾਹਿਬ ਜੀ ਦੇ ਨਾਲ ਵਿਚਾਰ ਚਰਚਾ ਕਰਨ ਦੇ ਲਈ ਚੱਲ ਕੇ ਆਏ। ਭੰਗਰਨਾਥ ਪਨੇ ਅਤਮਾਨੀ। ਭੰਗਰਨਾਥ ਜਿਹੜਾ ਇਹਨਾਂ ਦਾ ਮੁਖੀ ਸੀ, ਉਹਨੇ ਜਿਹੜਾ ਬੜਾ ਹੰਕਾਰੀ ਸੀ, ਇਹਨੂੰ ਆਪਣੀਆਂ ਰਿਧੀਆਂ ਸਿੱਧੀਆਂ ਦਾ ਬੜਾ ਹੰਕਾਰ ਸੀ, ਬੜਾ ਅਭਿਮਾਨੀ ਸੀ, ਬੜਾ ਮਾਣ ਸੀ ਉਹਨਾਂ ਦਾ। ਇਹ ਭੰਗਰਨਾਥ ਹੰਕਾਰੀ ਹੋਇਆ। ਰੀਤ ਗਿਆਨ ਤੈ ਏਕ ਨ ਜਾਨੀ। ਕਹਿਣ ਲੱਗਾ ਕਿ ਤੁਸੀਂ ਗਿਆਨ ਦੇ ਰੀਤ, ਇੱਕ ਵੀ ਰੀਤ ਨੂੰ ਨਹੀਂ ਜਾਣਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗਾ, ਖਾਦੇ ਖੁਨਸ ਜੋਗੇਸਰਾਂ ਗੋਸ਼ਟ ਕਰਨ ਸਭੇ ਉਠਾਈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਗੋਸ਼ਟ ਕਰਨ ਵਾਸਤੇ ਸਾਰੇ ਉੱਠ ਕੇ ਚੱਲ ਕੇ ਆ ਗਏ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਭੰਗਰਨਾਥ ਫਿਰ ਬੋਲਦਾ, ਕਹਿਣ ਲੱਗਾ, ਆਖੇ ਜੋਗੀ ਭੰਗਰਨਾਥ ਤੋ ਦੁੱਧ ਵਿੱਚ ਕਿਉਂ ਕਾਂਜੀ ਪਾਈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਤੁਹਾਨੂੰ ਤਾਂ ਇੱਕ ਵੀ ਰੀਤੀ ਜਿਹੜੀ ਹੈ ਗਿਆਨ ਦੀ ਉਹ ਨਹੀਂ ਆਉਂਦੀ, ਉਹਦੇ ਬਾਬਤ ਨਹੀਂ ਪਤਾ। ਬਿਮਲ ਦੂਧ ਮੈਂ ਕਾਂਜੀ ਪਾਈ। ਜਿਹੜਾ ਉੱਜਲ ਦੁੱਧ ਸੀ ਉਹਦੇ ਵਿੱਚ ਤੁਸੀਂ ਕਾਂਜੀ ਪਾ ਦਿੱਤੀ ਹੈ। ਪੁੱਛੇ ਜੋਗੀ ਭੰਗਰਨਾਥ ਤੋਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਕਹਿਣ ਲੱਗੇ ਤੁਸੀਂ ਜਿਹੜਾ ਉੱਜਵਲ ਦੁੱਧ ਸੀ ਉਹਦੇ ਵਿੱਚ ਕਾਂਜੀ ਕਿਉਂ ਪਾਉਣਾ ਕੀਤੀ ਹੈ। ਸਗਰੋ ਫਿੱਟ ਗਿਓ ਦੂਧ ਗਵਾਈ। ਤੇ ਜਿਹੜਾ ਸਾਰਾ ਦੁੱਧ ਸੀ, ਗਿਆਨ ਰੂਪੀ ਜਿਹੜਾ ਦੁੱਧ ਸੀ, ਉਹ ਸਾਰਾ ਫੁੱਟ ਗਿਆ ਹੈ। ਹੁਣ ਰਿੜਕਣ ਦੇ ਨਾਲ ਜਿਹੜਾ ਮੱਖਣ ਹੈ ਉਹ ਹੱਥ ਵਿੱਚ ਨਹੀਂ ਆਵੇਗਾ, ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਬੋਰੋ ਮਤਨ ਕਰੇ ਜੋ ਤਾਈ। ਤੇ ਜੇ ਹੁਣ ਜਿਹੜਾ ਦੁੱਧ ਸੀ ਉਹਦੇ ਵਿੱਚ ਤੁਸੀਂ ਕਾਂਜੀ ਪਾਤੀ ਹੈ, ਗ੍ਰਸਤ ਰੂਪੀ ਕਾਂਜੀ ਜਿਹੜੀ ਪਾਉਣਾ ਕੀਤੀ ਹੈ, ਉਹਦੇ ਨਾਲ ਇਹ ਦੁੱਧ ਦਾ ਚਾਟਾ ਜਿਹੜਾ ਉਹ ਫਿੱਟ ਗਿਆ ਹੈ। ਤੇ ਹੁਣ ਜਦੋਂ ਇਹਨੂੰ ਹੁਣ ਰਿੜਕਾਂਗੇ, ਰਿੜਕਣ ਦੇ ਨਾਲ ਪੱਲੇ ਕੁਝ ਵੀ ਨਹੀਂ ਪੈਣਾ। ਮਾਖਨ ਕਿਤ ਬਿਦ ਪਾਵੇ ਨਾਈ। ਹੁਣ ਇਹਨੂੰ ਰਿੜਕਣ ਨਾਲ ਮੱਖਣ ਦੀ ਪ੍ਰਾਪਤੀ ਨਹੀਂ ਹੋਣੀ, ਗਿਆਨ ਰੂਪੀ ਮੱਖਣ ਨਹੀਂ ਮਿਲਣਾ। ਪੂਰਬ ਹੋਏ ਉਦਾਸੀ ਫਿਰਿਓ। ਪਹਿਲਾਂ ਤਾਂ ਤੁਸੀਂ ਉਦਾਸੀ ਹੋ ਕੇ ਫਿਰਦੇ ਰਹੇ, ਪਹਿਲਾਂ ਘਰ-ਬਾਰ ਤਿਆਗ ਦਿੱਤਾ, ਹੋਏ ਉਦਾਸੀ ਗ੍ਰਸਤ ਤਜ, ਗ੍ਰਸਤ ਨੂੰ ਤਜ ਕੇ ਤੁਸੀਂ ਉਦਾਸੀ ਬਣ ਗਏ। ਵਤ ਕਿਉਂ ਸੰਸਾਰੀ ਰੀਤ ਚਲਾਈ। ਪਹਿਲਾਂ ਤਾਂ ਉਦਾਸੀਆਂ ਦੇ ਵਾਂਗ ਤੁਸੀਂ ਗ੍ਰਸਤ ਤਿਆਗ ਕਰਕੇ ਰਹੇ। ਭੇਖ ਫਕੀਰੀ ਤਨ ਮੈਂ ਕਰਿਓ। ਤਨ ਦੇ ਉੱਤੇ ਤੁਸੀਂ ਫਕੀਰਾਂ ਵਾਲਾ ਵੇਸ਼ ਧਾਰਨ ਕਰ ਲਿਆ। ਫਕੀਰਾਂ ਵਾਲਾ ਜਿਹੜਾ ਲਿਬਾਸ ਸੀ ਉਹ ਆਪਣੇ ਤਨ ਤੇ ਪਹਿਨ ਲਿਆ। ਦੇਸ਼ ਵਿਦੇਸ਼ਨ ਰਟਨੋ ਕੀਨੋ। ਦੇਸ਼ਾਂ ਵਿਦੇਸ਼ਾਂ ਦਾ ਤੁਸੀਂ ਰਟਨ ਕੀਤਾ। ਉਹ ਫਕੀਰਾਂ ਵਾਲਾ ਲਿਬਾਸ ਪਹਿਨ ਕੇ, ਫਕੀਰ ਬਣ ਕੇ ਦੇਸ਼ਾਂ ਵਿਦੇਸ਼ਾਂ ਦਾ ਜਿਹੜਾ ਵੀ ਜਾ ਕੇ ਇਸ ਧਰਤੀ ਦਾ ਰਟਨ ਕੀਤਾ। ਨਿਜ ਉਪਦੇਸ਼ਨ ਨਰਨ ਕੋ ਦੀਨੋ। ਜਿਹੜਾ ਤੁਹਾਡਾ ਉਪਦੇਸ਼ ਸੀ ਤੁਹਾਡੇ ਮਤ ਦਾ, ਉਹ ਤੁਸੀਂ ਜਾ ਕੇ ਦੁਨੀਆ ਦੇ ਲੋਕਾਂ ਨੂੰ ਦੇਣਾ ਕੀਤਾ। ਬ੍ਰਿਕਤ ਪਇਓ ਤਜ ਸਰਬ ਪਰਿਵਾਰਾਂ। ਤੇ ਤੁਸੀਂ ਉਦੋਂ ਬਰਕਤ ਹੋ ਗਏ, ਤਿਆਗੀ ਹੋ ਗਏ। ਪਰਿਵਾਰ ਜਿਹੜਾ ਸੀ ਉਹ ਛੱਡ ਦਿੱਤਾ, ਪਰਿਵਾਰ ਤਿਆਗ ਦਿੱਤਾ, ਪਰਿਵਾਰ ਨੂੰ ਛੱਡ ਕਰਕੇ ਤੁਸੀਂ ਤਿਆਗੀ ਹੋਏ। ਕੀਨ ਫਕੀਰੀ ਜਗਤ ਮਝਾਰਾ। ਤੇ ਜਗਤ ਦੇ ਵਿੱਚ ਤੁਸੀਂ ਜਿਹੜੀ ਆ ਫਕੀਰੀ ਧਾਰਨ ਕਰਕੇ ਵਿਚਰੇ। ਸੰਸਾਰ ਦੇ ਵਿੱਚ ਜਦੋਂ ਵਿਚਰੇ, ਧਰਤੀ ਦਾ ਭਰਮਣ ਕੀਤਾ, ਦੇਸ਼ਾਂ ਵਿਦੇਸ਼ਾਂ ਵਿੱਚ ਚੱਲ ਕੇ ਗਏ, ਉਦੋਂ ਤੁਸੀਂ ਫਕੀਰੀ ਲਿਬਾਸ ਪਹਿਨਿਆ। ਫਕੀਰ ਬਣ ਕੇ ਜਿਹੜਾ ਦੇਸ਼ ਦੇ ਵਿੱਚ ਫਿਰੇ ਹੋ। ਅਬ ਤੈ ਪੈਰੇ ਚੀਰ ਸੰਸਾਰੀ। ਹੁਣ ਤੁਸੀਂ ਉਹ ਉਦਾਸੀ ਦਾ ਜਿਹੜਾ ਭੇਖ ਸੀ, ਮਤ ਕਿਉਂ ਸੰਸਾਰੀ ਰੀਤ ਚਲਾਈ। ਫਿਰ ਉਦਾਸੀਆਂ ਵਾਲਾ ਉਹ ਭੇਖ ਧਾਰਨ ਜਿਹੜਾ ਕੀਤਾ ਹੋਇਆ, ਉਤਾਰ ਕੇ ਸੰਸਾਰੀਆਂ ਵਾਲੇ ਕੱਪੜੇ ਪਹਿਨ ਲੈਣੇ। ਹੁਣ ਤੁਸੀਂ ਗ੍ਰਸਤੀਆਂ ਵਾਲੇ ਕੱਪੜੇ ਪਹਿਨ ਕੇ ਫਿਰ ਗ੍ਰਸਤੀ ਬਣ ਗਏ ਹੋ। ਵੈ ਕਰ ਬੈਠੇ ਹੋ ਵੱਡ ਪਰਿਵਾਰੀ। ਤੇ ਹੁਣ ਤੁਸੀਂ ਵੱਡੇ ਪਰਿਵਾਰ ਵਾਲੇ ਬਣ ਬੈਠੇ ਹੋ। ਪਹਿਲਾਂ ਤੁਸੀਂ ਪਰਿਵਾਰ ਤਿਆਗ ਦਿੱਤਾ, ਪਰਿਵਾਰ ਨੂੰ ਛੱਡ ਕਰਕੇ ਤੁਸੀਂ ਜਗਤ ਦੇ ਵਿੱਚ ਫਕੀਰ ਬਣ ਕੇ ਵਿਚਰਦੇ ਰਹੇ, ਫਕੀਰੀ ਲਿਬਾਸ ਧਾਰਨ ਕਰ ਲਿਆ। ਹੁਣ ਤੁਸੀਂ ਉਹ ਫਕੀਰੀ ਲਿਬਾਸ ਛੱਡ ਕੇ ਫਿਰ ਵੱਡੇ ਪਰਿਵਾਰ ਵਾਲੇ ਬਣ ਕੇ ਬੈਠ ਗਏ ਹੋ। ਤਤ ਰੂਪ ਪਹਿਚਾਨਿਓ ਨਾਈ। ਜਿਹੜਾ ਤਤ ਰੂਪ ਹੈ ਉਹ ਤੁਸੀਂ ਪਹਿਚਾਨਿਆ ਨਹੀਂ,
ਉਹਨੂੰ ਤੁਸੀਂ ਜਾਣਿਆ ਨਹੀਂ, ਜੋ ਜ਼ਿੰਦਗੀ ਦਾ ਤਤ ਰੂਪ ਹੈ ਉਹਨੂੰ ਤੁਸੀਂ ਨਹੀਂ ਪਹਿਚਾਣਿਆ। ਬੋਰੋ ਫਸਿਓ ਗ੍ਰਸਤ ਕੇ ਤੇ ਮਾਈ। ਫਿਰ ਤੁਸੀਂ ਗ੍ਰਸਤ ਦੇ ਵਿੱਚ ਜਾ ਫਸੇ ਹੋ। ਜਦੋਂ ਹੁਣ ਇਹਨਾਂ ਜਿਹੜੇ ਯੋਗੀ ਲੋਕ ਸਨ, ਇਹਨਾਂ ਨੇ ਕਿਹਾ ਕਿ ਘਰ-ਬਾਰ ਤਿਆਗ ਦਿਓ, ਜੰਗਲਾਂ ਵਿੱਚ ਚਲੇ ਜਾਓ, ਫਿਰ ਯੋਗ ਦੀ ਪ੍ਰਾਪਤੀ ਹੋਏਗੀ, ਪ੍ਰਮਾਤਮਾ ਦਾ ਮਿਲਾਪ ਹੋਏਗਾ, ਸ਼ਕਤੀਆਂ ਆਉਣਗੀਆਂ ਰਿਧੀਆਂ ਸਿੱਧੀਆਂ। ਬੜੇ ਗੋਪੀ ਚੰਦ ਰਾਜੇ ਵਰਗੇ, ਭਰਥਰੀ ਵਰਗੇ ਜਿਹੜੇ ਰਾਜ ਭਾਗ ਭੋਗਦਿਆਂ ਸੀ, ਘਰ-ਬਾਰ ਤਿਆਗ ਕੇ ਜੰਗਲਾਂ ਵਿੱਚ ਚਲੇ ਗਏ। ਪਰ ਇੱਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸੰਸਾਰ ਦੇ ਅੰਦਰ ਆ ਕਰਕੇ ਉਪਦੇਸ਼ ਦੇ ਕੇ ਜਿਹੜੇ ਘਰ ਨੇ ਉਹ ਵਸਾਉਣਾ ਕੀਤੇ, ਜਿਹਦੇ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ ਘਰ ਅੰਦਰ ਧਰਮਸ਼ਾਲ ਹੋਵਾ, ਕੀਰਤਨ ਸਦਾ ਵਸੋਵਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿਹਾ, ਘਰ ਦੇ ਵਿੱਚ ਰਹਿੰਦੇ ਆ, ਜੋਗ ਨਾ ਭਗਵੇਂ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ। ਸਤਿਗੁਰ ਕਾ ਉਪਦੇਸ਼ ਕਹਿੰਦੇ, ਜਿਹੜੇ ਜੋਗ ਨੂੰ ਪਾਉਣ ਲਈ ਤੁਸੀਂ ਜੰਗਲਾਂ ਵਿੱਚ ਭਟਕਦੇ ਫਿਰਦੇ ਹੋ, ਪਰਬਤਾਂ ਤੇ ਭਟਕਦੇ ਫਿਰਦੇ ਹੋ, ਉਹ ਤਾਂ ਘਰ ਬੈਠਿਆਂ ਵੀ ਪ੍ਰਾਪਤ ਹੋ ਜਾਂਦਾ। ਸੋ ਇਸ ਪ੍ਰਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਲੋਕਾਈ ਨੂੰ ਗ੍ਰਸਤ ਦੇ ਵਿੱਚ ਰਹਿ ਕੇ ਇਹ ਵੱਲ ਸਿਖਾਇਆ, ਇਹ ਜਾਚ ਸਿਖਾਈ, ਉਹ ਮਾਰਗ ਵਿਖਾਇਆ। ਕਹਿਣ ਲੱਗੇ ਤੁਸੀਂ ਜਿਹੜਾ ਹੈ ਬਾਹਰੋਂ ਫਸਿਓ ਗ੍ਰਸਤ ਕੋ ਮਾਹੀ, ਕਹਿੰਦੇ ਤੁਸੀਂ ਗ੍ਰਸਤ ਦੇ ਵਿੱਚ ਜਾ ਫਸੇ ਹੋ। ਫਿਰ ਪਹਿਲਾਂ ਤੁਸੀਂ ਛੱਡ ਦਿੱਤਾ, ਗ੍ਰਸਤ ਤਿਆਗ ਦਿੱਤਾ, ਹੁਣ ਦੁਬਾਰਾ ਫਿਰ ਉਸੇ ਗ੍ਰਸਤ ਦੇ ਵਿੱਚ ਜਾ ਫਸੇ ਹੋ। ਜਿਸ ਮੈਂ ਪ੍ਰਵਸ਼ੇ ਹੋਏ ਨਾ ਉਦਾਰਾ। ਤੇ ਜਿਸ ਗ੍ਰਸਤ ਦੇ ਵਿੱਚ ਪ੍ਰਵੇਸ਼ ਕਰਨ ਦੇ ਨਾਲ ਜੀਵ ਦਾ ਉਧਾਰ ਨਹੀਂ ਹੁੰਦਾ, ਜੀਵ ਦਾ ਉਧਾਰ ਗ੍ਰਸਤ ਵਿੱਚ ਰਹਿੰਦਿਆਂ ਨਹੀਂ ਹੁੰਦਾ, ਤੁਸੀਂ ਉਸੇ ਗ੍ਰਸਤ ਵਿੱਚ ਦੁਬਾਰਾ ਜਾ ਫਸੇ ਹੋ। ਅਨੇਕ ਪਾਂਤ ਕੇ ਬਦੇ ਜੰਜਾਰਾ। ਗ੍ਰਸਤ ਵਿੱਚ ਰਹਿੰਦਿਆਂ ਤਾਂ ਅਨੇਕਾਂ ਪ੍ਰਕਾਰ ਦੇ ਜੀਵ ਨੂੰ ਜੰਜਾਲ ਪਏ ਰਹਿੰਦੇ ਨੇ। ਹੁਣ ਤਾਂ ਜੀਵ ਨੇ ਸੋਚਣਾ, ਵਿਚਾਰ ਕਰਨਾ ਕਿ ਇਹਨਾਂ ਜੰਜਾਲਾਂ ਵਿੱਚ ਫਸਣਾ ਹੈ, ਜਾਂ ਕਮਲ ਦੀ ਨਿਆਈ ਰਹਿ ਕੇ ਉਹ ਚਿੱਕੜ ਵਿੱਚ ਵੀ ਰਹਿੰਦਾ ਨਿਰਲੇਪ ਹੈ। ਜਿਹੜੇ ਗੁਰਮੁਖ ਨੇ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹ ਗ੍ਰਸਤ ਵਿੱਚ ਰਹਿੰਦੇ ਆ, ਇਹਨਾਂ ਜੰਜਾਲਾਂ ਤੋਂ ਉੱਪਰ ਉੱਠ ਕੇ ਰਹਿੰਦੇ ਨੇ, ਉਹ ਜੰਜਾਲਾਂ ਵਿੱਚ ਨਹੀਂ ਫਸਦੇ। ਕਹਿਣ ਲੱਗੇ ਗ੍ਰਸਤ ਵਿੱਚ ਰਹਿੰਦੇ ਆ ਤਾਂ ਅਨੇਕ ਪ੍ਰਕਾਰ ਦੇ ਜਿਹੜੇ ਜੰਜਾਲ ਨੇ ਉਹ ਮਨੁੱਖ ਨੂੰ ਪਏ ਰਹਿੰਦੇ ਹਨ, ਜੰਜਾਲਾਂ ਤੋਂ ਬੰਦਾ ਮੁਕਤ ਨਹੀਂ ਹੋ ਸਕਦਾ। ਸੁਣ ਕੇ ਸ੍ਰੀ ਗੁਰ ਬਚਨ ਬਖਾਨੇ। ਤੇ ਜਦੋਂ ਇਸ ਪ੍ਰਕਾਰ ਦੇ ਨਾਲ ਭੰਗਰਨਾਥ ਬੋਲਿਆ ਤੇ ਇਹਦੇ ਬੋਲ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੋਲੇ, ਕਹਿਣ ਲੱਗੇ, ਭੰਗਰ ਤਤ ਨ ਲਖਿਓ ਅਜਾਨੇ। ਕਹਿਣ ਲੱਗੇ, ਐ ਅਜਾਨ ਭੰਗਰਨਾਥ, ਜਿਹੜੇ ਤਤ ਦੀ ਤੂੰ ਗੱਲ ਕਰਦਾ ਨਾ, ਉਹ ਤਤ ਨੂੰ ਤੂੰ ਅਜੇ ਤੱਕ ਜਾਣਿਆ ਨਹੀਂ। ਤੇਰੀ ਮਾਂ ਕੁਚੱਜੀ ਆਈ, ਤੇਰੀ ਮਾਂ ਜਿਹੜੀ ਹੈ ਨਾ ਗੁਰੂ, ਉਹ ਕੁਚੱਜਾ ਸੀ ਜਿਹਨੇ ਤੈਨੂੰ ਵੱਲ ਨਹੀਂ ਸਿਖਾਇਆ। ਤੂੰ ਤਤ ਨੂੰ ਤੂੰ ਨਹੀਂ ਅਜੇ ਤੱਕ ਜਾਣਿਆ, ਉਹਦੇ ਬਾਰੇ ਕੋਈ ਜਾਣਦਾ ਨਹੀਂ, ਤੂੰ ਅਜਾਨ ਹੈ। ਤੇਰੀ ਮਾਤ ਕੁਚੱਜੀ ਆਹੀ। ਤੇਰੀ ਜਿਹੜੀ ਮਾਂ ਨਾ ਗੋਰਖ ਤੇਰਾ ਗੁਰੂ, ਉਹ ਕੁਚੱਜਾ, ਉਹਨੇ ਤੈਨੂੰ ਵੱਲ ਨਹੀਂ ਸਿਖਾਇਆ। ਭਾਂਡਾ ਧੋਵਨ ਜਾਣਿਓ ਨਾਈ। ਜਿਨੇ ਤੈਨੂੰ ਹਿਰਦਾ ਰੂਪੀ ਭਾਂਡਾ ਧੋਣਾ ਨਹੀਂ ਸਿਖਾਇਆ। ਭਾਂਡਾ ਧੋਏ ਨਾ ਜਾਤੇ ਉਨ ਭਾਏ ਕੁਚੱਜੇ ਫੁੱਲ ਸੜਾਹੀ। ਉਹਨੇ ਤੈਨੂੰ ਭਾਂਡਾ ਧੋਣ ਦਾ ਜਿਹੜਾ ਅੰਤਸ਼ਕਰਨ ਰੂਪੀ ਭਾਂਡਾ ਸੀ, ਹਿਰਦਾ ਰੂਪੀ ਭਾਂਡਾ, ਉਹ ਧੋਣ ਦਾ ਵੱਲ ਨਹੀਂ ਸਿਖਾਇਆ। ਜਾਂ ਤੇ ਮਾਖਨ ਹੱਥ ਨ ਆਵਾ। ਇਸ ਕਰਕੇ ਜਿਹੜਾ ਹੈ ਬੁੱਧੀ ਰੂਪ ਮਧਾਨੀ ਨਾਲ ਰਿੜ ਕਰਕੇ ਜਿਹੜਾ ਗਿਆਨ ਰੂਪੀ ਮੱਖਣ ਪ੍ਰਾਪਤ ਕਰਨਾ ਸੀ, ਉਹਦੀ ਤੈਨੂੰ ਪ੍ਰਾਪਤੀ ਨਹੀਂ ਹੋਈ। ਜੰਮਿਓ ਨਾ ਦੂਧ ਨਾ ਮਾਨ ਗਵਾਵਾ। ਤੁਸੀਂ ਆਪਣੇ ਅੰਦਰੋਂ ਹੰਕਾਰ ਨਹੀਂ ਗਵਾਇਆ, ਰਿਧੀਆਂ ਸਿੱਧੀਆਂ ਨੂੰ ਪਾ ਕੇ ਤੁਸੀਂ ਮਾਨੀ ਹੋ ਗਏ, ਹੰਕਾਰੀ ਹੋ ਗਏ, ਤੁਹਾਡੇ ਅੰਦਰ ਹੰਕਾਰ ਆ ਗਿਆ। ਉਹ ਹੰਕਾਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਪਾਉਂਦਾ। ਤੁਸੀਂ ਮਾਨੀ ਹੋ ਕੇ ਰਹੇ, ਹੰਕਾਰੀ ਬਿਰਤੀ ਤੁਹਾਡੀ ਹੈ, ਹੰਕਾਰ ਤੁਸੀਂ ਛੱਡਿਆ ਨਹੀਂ। ਇਸ ਕਰਕੇ ਉਹ ਜਿਹੜਾ ਜੰਮਿਆ ਦੁੱਧ ਸੀ ਉਹ ਜੰਮਿਆ ਨਹੀਂ, ਮੱਖਣ ਦੀ ਪ੍ਰਾਪਤੀ ਨਹੀਂ ਹੋਈ। ਛੋੜ ਗ੍ਰਸਤ ਕੋ ਭਇਓ ਅਤੀਤਾ। ਤੁਸੀਂ ਗ੍ਰਸਤ ਛੱਡ ਕੇ ਅਤੀਤ ਹੋ ਗਏ ਹੋ। ਗ੍ਰਸਤ ਨੂੰ ਤਿਆਗ ਕਰਕੇ ਸੰਸਾਰ ਨਾਲੋਂ ਪ੍ਰੀਤੀ ਤੋੜ ਕੇ ਤੁਸੀਂ ਜੰਗਲਾਂ ਵਿੱਚ ਭਟਕਦੇ ਫਿਰਦੇ ਹੋ, ਪਹਾੜਾਂ ਪਰਬਤਾਂ ਤੇ ਭਟਕਦੇ ਫਿਰਦੇ ਹੋ,
ਅਤੀਤ ਹੋਏ ਤੁਸੀਂ ਜਿਹੜਾ ਗ੍ਰਸਤ ਦਾ ਉਹ ਤਿਆਗ ਕਰ ਦਿੱਤਾ ਹੈ। ਬੋਰੋ ਰਹੀ ਪ੍ਰੀਤ ਚਿਤ ਨੀਤਾ। ਤੇ ਪਰ ਜਿਹੜੀ ਤੁਹਾਡੀ ਪ੍ਰੀਤ ਹੈ ਉਹ ਤੁਹਾਡੀ ਉੱਥੇ ਸੰਸਾਰ ਨਾਲ ਜੁੜੀ ਹੈ। ਤੁਸੀਂ ਸੰਸਾਰ ਨੂੰ ਛੱਡ ਤਾਂ ਜ਼ਰੂਰ ਦਿੱਤਾ ਹੈ, ਗ੍ਰਸਤ ਤਿਆਗ ਦਿੱਤਾ ਹੈ, ਗ੍ਰਸਤ ਨੂੰ ਮਾੜਾ ਆਖਦੇ ਹੋ, ਪਰ ਤੁਹਾਡੀ ਪ੍ਰੀਤੀ ਫਿਰ ਉਸੇ ਸੰਸਾਰ ਦੇ ਨਾਲ, ਉਸ ਗ੍ਰਸਤ ਨਾਲ ਜੁੜੀ ਹੋਈ ਹੈ। ਭੋਜਨ ਹਿਤ ਮੰਗਨ ਤੈ ਜਾਈ। ਤੇ ਫਿਰ ਹੋਏ ਉਦਾਸੀ ਗ੍ਰਸਤ ਤਜ ਫਿਰ ਉਨਹੇ ਕੇ ਘਰ ਮੰਗਣ ਜਾਈ। ਪਹਿਲਾਂ ਤਾਂ ਤੁਸੀਂ ਉਦਾਸੀ ਬਣ ਕੇ ਗ੍ਰਸਤ ਤਿਆਗ ਦਿੱਤਾ, ਗ੍ਰਸਤ ਮਾੜਾ ਹੈ, ਪਰ ਪ੍ਰੀਤ ਉੱਥੇ ਬਣੀ ਰਹੀ। ਜਦੋਂ ਭੁੱਖ ਲੱਗਦੀ ਹੈ ਭੋਜਨ ਛਕਣ ਵਾਸਤੇ ਫਿਰ ਉਹਨਾਂ ਗ੍ਰਸਤੀਆਂ ਵੱਲ ਦੌੜਦੇ ਹੋ, ਫਿਰ ਭੱਜਦੇ ਹੋ ਸੰਸਾਰ ਵਾਲੇ ਪਾਸੇ ਨੂੰ, ਗ੍ਰਸਤੀਆਂ ਵਾਲੇ ਪਾਸੇ ਨੂੰ, ਫਿਰ ਉੱਥੋਂ ਮੰਗ ਕੇ ਜਿਹੜਾ ਭੋਜਨ ਉਹ ਖਾਂਦੇ ਹੋ। ਘਰ ਘਰ ਵਿਚਰਤ ਲਾਜ ਗਵਾਈ। ਘਰ ਘਰ ਫਿਰਦਿਆਂ ਮੰਗ ਕੇ ਖਾਂਦਿਆਂ ਤੁਹਾਡੀ ਲਾਜ ਜਿਹੜੀ ਇੱਜ਼ਤ ਚਲੀ ਗਈ, ਤੁਹਾਡੀ ਇੱਜ਼ਤ ਨਹੀਂ ਰਹੀ। ਉਹ ਇੱਜ਼ਤ ਤੁਸੀਂ ਘਰ ਘਰ ਦੇ ਵਿੱਚ ਫਿਰ ਕੇ ਮੰਗ ਕੇ ਖਾਂਦਿਆਂ ਆਪਣੀ ਇੱਜ਼ਤ ਜਿਹੜੀ ਉਹ ਗਵਾ ਲਈ ਹੈ। ਗ੍ਰਸਤੀ ਜਿਹੜਾ ਹੈ ਉਹ ਆਪਣੀ ਧਰਮ ਦੀ ਕਿਰਤ ਕਰਦਾ ਹੈ, ਉਹ ਘਰ ਘਰ ਮੰਗਣ ਨਹੀਂ ਚੜਦਾ, ਉਹ ਆਪਣੀ ਧਰਮ ਦੀ ਕਿਰਤ ਕਰਦਾ ਹੈ। ਕਿਰਤ ਕਰਕੇ ਉਹਦੇ ਵਿੱਚੋਂ ਆਪ ਛਕਦਾ ਹੈ ਤੇ ਹੋਰਨਾਂ ਨੂੰ ਛਕਾਉਂਦਾ, ਵੰਡ ਕੇ ਛਕਦਾ। ਹੁਣ ਗ੍ਰਸਤੀ ਚੰਗਾ ਕਿ ਉਦਾਸੀ ਚੰਗਾ ਹੈ? ਹੁਣ ਉਹਨਾਂ ਗ੍ਰਸਤੀਆਂ ਦੇ ਘਰ ਵਿੱਚ ਜਾ ਕੇ ਤੁਸੀਂ ਮੰਗ ਕੇ ਖਾਂਦੇ ਹੋ, ਘਰ ਘਰ ਫਿਰਦੇ ਹੋ। ਇਸ ਤਰ੍ਹਾਂ ਘਰ ਘਰ ਵਿੱਚ ਫਿਰ ਕੇ ਤੁਸੀਂ ਜਿਹੜੀ ਆਪਣੀ ਇੱਜ਼ਤ ਉਹ ਗਵਾ ਲਈ ਹੈ। ਬਿਨ ਦਿੱਤੇ ਕੁਛ ਹੱਥ ਨ ਆਵੇ। ਬਿਨਾਂ ਦਾਨ ਕੀਤਿਆਂ, ਬਿਨਾਂ ਦਿੱਤਿਆਂ ਕੁਝ ਹੱਥ ਨਹੀਂ ਆਉਂਦਾ। ਇਸ ਤਰ੍ਹਾਂ ਦੇ ਨਾਲ ਫਿਰਦਿਆਂ ਤੁਸੀਂ ਜਿਹੜਾ ਸਮਾਂ ਅਜਾਈਂ ਗਵਾਇਆ, ਆਪਣੀ ਇੱਜ਼ਤ ਜਿਹੜੀ ਆ ਉਹ ਸੰਸਾਰ ਵਿੱਚ ਗਵਾ ਲਈ। ਬਿਨਾਂ ਦਿੱਤਿਆਂ ਕੁਛ ਹੱਥ ਨਹੀਂ ਆਉਂਦਾ। ਤ੍ਰਿਸ਼ਨਾ ਅਧੀਨ ਸਦੀਵ ਪਰਮਾਵੇ। ਤੁਸੀਂ ਤ੍ਰਿਸ਼ਨਾ ਅਧੀਨ ਹੋ ਕੇ ਸਾਰਾ ਕੁਝ ਕਰਦੇ ਹੋ। ਤ੍ਰਿਸ਼ਨਾ ਤੁਹਾਡੇ ਅੰਦਰੋਂ ਗਈ ਨਹੀਂ, ਤ੍ਰਿਸ਼ਨਾ ਤੁਹਾਡੇ ਅੰਦਰੋਂ ਮਰੀ ਨਹੀਂ, ਤੁਹਾਡੇ ਅੰਦਰੋਂ ਮਿਟੀ ਨਹੀਂ। ਕਿਉਂਕਿ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀਏ, ਵਿਰਲਿਆਂ ਦੀ ਤ੍ਰਿਸ਼ਨਾ ਬੁੱਝਦੀ ਹੈ। ਕਹਿੰਦੇ ਤੁਹਾਡੀ ਤ੍ਰਿਸ਼ਨਾ ਜਿਹੜੀ ਹੈ, ਤ੍ਰਿਸ਼ਨਾ ਦੇ ਬੰਨੇ ਹੋਏ, ਤ੍ਰਿਸ਼ਨਾ ਦੇ ਅਧੀਨ ਹੋਏ ਤੁਸੀਂ ਇਸ ਤਰ੍ਹਾਂ ਨਾਲ ਸਾਰਾ ਕਰਦੇ ਹੋ, ਤੁਹਾਡੀ ਖਤਮ ਨਹੀਂ ਹੋਈ। ਇਸ ਪ੍ਰਕਾਰ ਕੀ ਸੁਨ ਕਰ ਬਾਣੀ। ਜਦੋਂ ਇਸ ਪ੍ਰਕਾਰ ਦੇ ਨਾਲ ਭੰਗਰਨਾਥ ਦੇ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਇਹ ਬਚਨ ਸੁਨੇ, ਸ਼ੰਭੂਨਾਥ ਪਨੇ ਵੱਡ ਮਾਨੀ। ਹੁਣ ਦੂਜਾ ਸੀ ਸ਼ੰਭੂਨਾਥ, ਇਹ ਵੀ ਬੜਾ ਹੰਕਾਰੀ ਸੀ, ਮਾਨੀ ਸੀ, ਬੜਾ ਇਹਨੂੰ ਹੰਕਾਰ ਸੀ। ਇਹ ਹੰਕਾਰੀ ਜਿਹੜਾ ਮਾਨੀ ਸ਼ੰਭੂਨਾਥ ਸੀ। ਕਿਆ ਤੈਂ ਜਗ ਕੋ ਸ਼ਕਤ ਦਿਖਾਈ। ਕਹਿਣ ਲੱਗੇ ਸਿੱਧ ਬੋਲਣ ਸੁਨ ਨਾਨਕਾ ਤੋਏ ਜਗ ਨੂੰ ਕਿਆ ਕਰਾਮਾਤ ਦਿਖਾਈ। ਕੁਝ ਦਿਖਾਲੇ ਅਸਾਂ ਨੂੰ ਤੋਏ ਕਿਉਂ ਢਿੱਲ ਅਵੇਹੀ ਲਾਈ। ਕਹਿਣ ਲੱਗੇ ਕਿ ਤੁਸੀਂ ਜਗਤ ਨੂੰ ਕਿਹੜੀ ਕਰਾਮਾਤ ਵਿਖਾਈ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਸ਼ੰਭੂਨਾਥ, ਕਹਿੰਦਾ ਕਿ ਤੁਸੀਂ ਦੱਸੋ ਕਿ ਸੰਸਾਰ ਨੂੰ, ਜਗਤ ਨੂੰ ਕਿਹੜੀ ਕਰਾਮਾਤ ਵਿਖਾ ਕੇ ਭਰਮਾਇਆ, ਆਪਣੇ ਮਗਰ ਲਾਇਆ ਹੈ। ਹਮੇ ਦਿਖਾਏ ਬਿਲਮ ਕਿਉਂ ਲਾਈ। ਤੇ ਸਾਨੂੰ ਦਿਖਾਉਣ ਵਿੱਚ ਦੇਰੀ ਕਿਉਂ ਲਾਈ। ਜਿਹੜੀ ਕਰਾਮਾਤ, ਜਿਹੜੀ ਸ਼ਕਤੀ ਤੁਸੀਂ ਸੰਸਾਰ ਨੂੰ ਵਿਖਾ ਕੇ ਮਗਰ ਲਾਇਆ ਤੇ ਫਿਰ ਉਹ ਸ਼ਕਤੀ ਸਾਨੂੰ ਵੀ ਵਿਖਾਓ ਨਾ। ਸਾਨੂੰ ਵਿਖਾਉਣ ਵਿੱਚ ਕਿਉਂ ਦੇਰੀ ਲਾਉਂਦੇ ਹੋ, ਸ਼ਕਤੀ ਸਾਨੂੰ ਵੀ ਵਿਖਾਉਣਾ ਕਰੋ। ਕਹਿ ਤੁਮ ਦੁਰੂ ਖੋਜ ਹਮ ਲਿਆਵੇ। ਕਹਿਣ ਲੱਗੇ ਤੁਸੀਂ ਸਾਡੀ ਗੱਲ ਮੰਨੋ, ਤੁਸੀਂ ਕਿਤੇ ਜਾ ਕੇ ਛੁਪ ਜਾਓ। ਅੱਜ ਉਹ ਜਿਹੜੀ ਕਰਾਮਾਤ ਸ਼ਕਤੀ ਸੰਸਾਰ ਨੂੰ ਵਿਖਾਈ ਹੈ ਉਹ ਸਾਨੂੰ ਵੀ ਵਿਖਾਓ। ਤੁਸੀਂ ਜਾ ਕੇ ਕਿਤੇ ਛੁਪ ਜਾਓ ਆਪਣੀ ਸ਼ਕਤੀ ਦੇ ਨਾਲ ਤੇ ਅਸੀਂ ਉੱਥੋਂ ਤੁਹਾਨੂੰ ਲੱਭ ਕੇ ਲਿਆਵਾਂਗੇ। ਨਾ ਤਾਂ ਹਮ ਦੁਰੇ ਹੱਥ ਨੇ ਆਵੇ। ਤੇ ਜੇ ਤੁਸੀਂ ਨਹੀਂ ਛੁਪਣਾ ਚਾਹੁੰਦੇ, ਕਿਤੇ ਲੁਕਣਾ ਚਾਹੁੰਦੇ, ਤਾਂ ਫਿਰ ਸਾਨੂੰ ਕਹੋ, ਅਸੀਂ ਕਿਤੇ ਜਾ ਕੇ ਛੁਪ ਜਾਂਦੇ ਆ, ਲੁਕ ਜਾਂਦੇ ਆ, ਉੱਥੋਂ ਤੁਸੀਂ ਸਾਨੂੰ ਲੱਭ ਕੇ ਲਿਆਉਣਾ। ਦੋਹਰਾ ਗੁਰੂ ਕਏ ਤੁਮ ਮੈਂ ਸ਼ਕਤ ਹੋ ਦਿਖ ਰਾਵਨ ਹਾਰ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਸ਼ੰਭੂਨਾਥ ਨੂੰ ਕਿ ਤੁਹਾਡੇ ਵਿੱਚ ਸ਼ਕਤੀਆਂ ਨੇ, ਤੁਸੀਂ ਸ਼ਕਤੀਆਂ ਧਾਰਨ ਕੀਤੀਆਂ ਹੋਈਆਂ ਨੇ। ਸ਼ਕਤੀ ਵਿਖਾਉਣਾ, ਸ਼ਕਤੀ ਪ੍ਰਦਰਸ਼ਨ ਕਰਨਾ ਤੁਹਾਡਾ ਕੰਮ ਹੈ। ਕਰਾਮਾਤਾ ਵਿਖਾਉਣੀਆਂ, ਕਰਾਮਾਤਾ ਵਿਖਾ ਕੇ ਲੋਕਾਂ ਨੂੰ ਭਰਮਾ ਕੇ ਮਗਰ ਲਾਉਣਾ, ਲੁੱਟਣਾ, ਉਹਨਾਂ ਤੋਂ ਧਨ ਪ੍ਰਾਪਤ ਕਰਨਾ, ਇਹ ਤੁਹਾਡਾ ਕੰਮ ਹੈ। ਤੁਸੀਂ ਜਿਹੜੀਆਂ ਸ਼ਕਤੀਆਂ ਨੇ ਉਹ ਧਾਰਨ ਕੀਤੀਆਂ ਹੋਈਆਂ ਨੇ, ਤੁਸੀਂ ਉਹ ਦਿਖਾਉਂਦੇ ਹੋ ਲੋਕਾਂ ਨੂੰ।
ਦੁਰੋ ਜਾਏ ਉਰ ਚਾਹੇ ਨਿਜ ਨਿਜ ਬਲ ਸਭ ਧਾਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਉਹ ਸ਼ਕਤੀਆਂ ਦੇ ਦੁਆਰਾ ਜਿੱਥੇ ਵੀ ਲੁਕਣਾ ਚਾਹੁੰਦੇ ਹੋ ਆਪਣੇ ਬਲ ਦੇ ਨਾਲ ਆਪਣੀ ਸ਼ਕਤੀ ਦੇ ਨਾਲ ਜਿੱਥੇ ਵੀ ਤੁਸੀਂ ਲੁਕਣਾ ਚਾਹੁੰਦੇ ਹੋ ਉੱਥੇ ਜਾ ਕੇ ਛੁਪ ਜਾਓ ਲੁਕ ਜਾਓ। ਚੋਪਈ ਸੁਨ ਕੈ ਸਿੱਧਨ ਮਤੇ ਮਤਾਈ। ਹੁਣ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਕਿ ਠੀਕ ਹੈ ਤੁਹਾਡੇ ਕੋਲ ਸ਼ਕਤੀਆਂ ਨੇ ਸ਼ਕਤੀਆਂ ਦਾ ਤੁਹਾਨੂੰ ਹੰਕਾਰ ਹੈ ਤੇ ਜਾਓ ਛੁਪ ਜਾਓ ਅਸੀਂ ਲੱਭ ਲਵਾਂਗੇ। ਹੁਣ ਇਹਨਾਂ ਨੇ ਆਪਸ ਵਿੱਚ ਇਕੱਠੇ ਹੋ ਕੇ ਇੱਕ ਮਤਾ ਪਕਾਇਆ ਇਕੱਠੇ ਹੋ ਕੇ ਇਹਨਾਂ ਨੇ ਸਲਾਹ ਮਸ਼ਵਰਾ ਕੀਤਾ ਮਤਾ ਪਕਾਉਣਾ ਕੀਤਾ। ਪ੍ਰਿਥਕ ਦਸੋ ਦਿਸ਼ ਦੁਰੀਏ ਜਾਈ। ਕਹਿਣ ਲੱਗੇ ਵੀ ਆਪਾਂ 10 ਦਿਸ਼ਾਵਾਂ ਨੇ 10 ਦਿਸ਼ਾਵਾਂ ਦੇ ਵਿੱਚ ਜਾ ਕੇ ਛੁਪ ਜਾਂਦੇ ਆ। ਇਹਨਾਂ ਨੇ ਮਤਾ ਪਕਾ ਲਿਆ ਆਪਸ ਚ ਸਲਾਹ ਕੀਤੀ ਸਲਾਹ ਕਰਕੇ ਮਸ਼ਵਰਾ ਕਰਕੇ 10 ਦਿਸ਼ਾਵਾਂ ਦੇ ਵਿੱਚ ਆਪਾਂ ਸਾਰੇ ਜਾ ਕੇ ਛੁਪ ਜਾਂਦੇ ਹਾਂ। ਸ਼ੰਭੂਨਾਥ ਪ੍ਰਾਚੀ ਦਿਸ਼ ਗਇਓ। ਜਿਹੜਾ ਸ਼ੰਭੂਨਾਥ ਸੀ ਉਹ ਪੂਰਬ ਦਿਸ਼ਾ ਵਾਲੇ ਪਾਸੇ ਜਾ ਕੇ ਛੁਪ ਗਿਆ ਉਧਰ ਚਲਾ ਗਿਆ। ਭੰਗਰ ਪਸ਼ਚਮ ਦੁਰਤਾ ਭਇਓ। ਤੇ ਜਿਹੜਾ ਭੰਗਰਨਾਥ ਸੀ ਉਹ ਪਸ਼ਚਮ ਦਿਸ਼ਾ ਵਿੱਚ ਦੱਖਣ ਵਾਲੇ ਪਾਸੇ ਚਲਾ ਗਿਆ ਉੱਥੇ ਛੁਪ ਗਿਆ। ਊਰਮ ਧੂਰਮ ਉੱਤਰ ਮਾਈ। ਤੇ ਜਿਹੜੇ ਊਰਮ ਧੂਰਮ ਸਨ ਉਹ ਉੱਤਰ ਦਿਸ਼ਾ ਵੱਲ ਜਾ ਕੇ ਛੁਪ ਗਏ ਉੱਥੇ ਜਾ ਕੇ ਜਿਹੜਾ ਉਹਨਾਂ ਨੇ ਛੁਪਣਾ ਕੀਤਾ। ਦਛਨ ਬੀਚ ਮਛੰਦਰ ਜਾਈ। ਤੇ ਜਿਹੜਾ ਮਛੰਦਰਨਾਥ ਸੀ ਉਹ ਦੱਖਣ ਦਿਸ਼ਾ ਦੇ ਵਿੱਚ ਜਾ ਕੇ ਛੁਪ ਗਿਆ। ਪਾਵਕ ਕੌਣ ਕਨਕ ਸਿੱਧ ਗਇਓ। ਤੇ ਜਿਹੜਾ ਕਣਕ ਸਿੱਧ ਸੀ ਉਹ ਪੂਰਬ ਦੱਖਣ ਦਿਸ਼ਾ ਵਾਲੇ ਪਾਸੇ ਨੂੰ ਜਾ ਕੇ ਉੱਥੇ ਇਸ ਕੋਨੇ ਵਿੱਚ ਜਾ ਕੇ ਛੁਪ ਗਿਆ। ਲੰਗਰ ਬਾਇਵ ਵਿਖੇ ਸਿਧਾਇਓ। ਜਿਹੜਾ ਲੰਗਰ ਸੀ ਉਹ ਪੱਛਮ ਦਿਸ਼ਾ ਦੇ ਵਿੱਚ ਜਾ ਕੇ ਉਹਨੇ ਛੁਪਣਾ ਕੀਤਾ। ਨੈਰਤ ਮਾਈ ਝੰਗਰ ਪਿਆਨਾ। ਝੰਗਰ ਜਿਹੜਾ ਸੀ ਉਹਨੇ ਵੀ ਦੱਖਣ ਪੱਛਮ ਵਾਲੇ ਪਾਸੇ ਨੂੰ ਪਿਆਨਾ ਕੀਤਾ ਉਹ ਵੀ ਉਧਰ ਨੂੰ ਚੱਲ ਕੇ ਗਿਆ ਜਾ ਕੇ ਛੁਪ ਗਿਆ। ਗੌਨ ਗੋਵਾਲ ਪਹੁੰਚਿਓ ਇਸ਼ਾਨਾ। ਤੇ ਪੂਰਬ ਵਾਲੇ ਪਾਸੇ ਨੂੰ ਜਿਹੜਾ ਸੀ ਉਹ ਗੌਣ ਗੋਵਾਲ ਜਿਹੜਾ ਸੀ ਉਹ ਉਧਰ ਜਾ ਪਹੁੰਚਿਆ। ਕਿਤਕ ਪਤਾਲ ਦੁਰੇ ਹੈ ਜਾਈ। ਤੇ ਕਈ ਜਿਹੜੇ ਸਨ ਉਹ ਪਤਾਲ ਵਿੱਚ ਜਾ ਕੇ ਛੁਪ ਗਏ ਬਾਕੀ ਦੇ ਜਿਹੜੇ ਸਨ ਉਹ ਪਤਾਲ ਵਿੱਚ ਜਾ ਕੇ ਛੁਪ ਗਏ। ਕੀਤਕ ਬੀਚ ਆਕਾਸ਼ ਉਡਾਈ। ਤੇ ਕਈ ਜਿਹੜੇ ਸਨ ਉਹ ਆਕਾਸ਼ ਦੇ ਵਿੱਚ ਉੱਡਣ ਲੱਗੇ ਪੰਛੀਆਂ ਦੇ ਵਾਂਗੂ ਪੰਛੀਆਂ ਦੇ ਵਾਂਗੂ ਆਕਾਸ਼ ਦੇ ਵਿੱਚ ਉਡਾਰੀਆਂ ਲਾਉਣ ਲੱਗੇ। ਦੋਹਰਾ ਗਮਨ ਕੀਨ 10 ਦਿਸ਼ਾ ਮੈਂ ਤਿਨ ਕੀ ਗਤ ਪ੍ਰਭ ਜਾਨ। ਤੇ ਹੁਣ ਇਹਨਾਂ ਨੇ 10 ਦਿਸ਼ਾਵਾਂ ਦੇ ਵਿੱਚ ਜਾ ਕੇ ਛੁਪਣਾ ਕੀਤਾ ਕਿ ਅਸੀਂ 10 ਦਿਸ਼ਾਵਾਂ ਵਿੱਚ ਛੁਪ ਜਾਂਦੇ ਆ ਪਤਾਲ ਵਿੱਚ ਛੁਪ ਜਾਂਦੇ ਆ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਨੂੰ ਲੱਭ ਨਹੀਂ ਸਕਣਗੇ। ਪਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤਾਂ ਇਹਨਾਂ ਪਹਿਲਾਂ ਹੀ 10 ਦਿਸ਼ਾਵਾਂ ਆਕਾਸ਼ ਪਤਾਲ ਸਭ ਦੇ ਬਾਬਤ ਜਾਣਦੇ ਨੇ ਉਹਨਾਂ ਤੋਂ ਕੀ ਛੁਪਿਆ ਹੋਇਆ ਸੀ। ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦੇ ਬਾਬਤ ਭਲੀ ਪ੍ਰਕਾਰ ਦੇ ਨਾਲ ਜਾਣਦੇ ਹਨ। ਤਬ ਸਰੂਪ ਤੇ ਤਰੇ ਜੀਤੇ ਸਿੱਧ ਦੁਰਾਨ। ਤੇ ਹੁਣ ਜਿੰਨੇ ਇਹ ਸਿੱਧ ਸਨ ਗਿਣਤੀ ਦੇ ਵਿੱਚ ਜਿਹੜੇ ਜਿੱਥੇ ਜਿੱਥੇ ਜਾ ਕੇ ਛੁਪੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਓਨੇ ਹੀ ਸਰੂਪ ਧਾਰਨ ਕਰ ਲਏ। ਜਿੰਨੀ ਗਿਣਤੀ ਵਿੱਚ ਇਹ ਸਿੱਧ ਸਨ ਨਾ ਜਿੱਥੇ ਜਿੱਥੇ ਜਾ ਕੇ ਛੁਪੇ ਕਿ ਅਸੀਂ ਤਾਂ ਵੱਖ-ਵੱਖ ਕੋਈ ਕਿਸੇ ਦਿਸ਼ਾ ਵਿੱਚ ਕੋਈ ਕਿਸੇ ਦਿਸ਼ਾ ਵਿੱਚ ਕੋਈ ਪਤਾਲ ਵਿੱਚ ਛੁਪ ਗਿਆ ਕਿ ਕਿੱਥੋਂ ਲੱਭਣਗੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਓਨੇ ਹੀ ਆਪਣੇ ਸਰੂਪ ਜਿਹੜੇ ਸਨ ਉਹ ਧਾਰਨ ਕਰ ਲਏ। ਚੋਪਈ ਮੰਗਲਨਾਥ ਆਦਿ ਸ਼ੁਭ ਜੀਤੇ। ਉਹ ਜਿਹੜਾ ਮੰਗਲਨਾਥ ਸੀ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣਦਾ ਸੀ। ਇਹ ਜਿਹੜੇ ਸਾਰੇ ਸਨ ਠਾਂਡੇ ਕੋਤਕ ਦੇਖੇ ਤੇ ਉਹ ਖੜੇ ਹੋ ਕੇ ਕੌਤਕ ਵੇਖ ਰਹੇ ਨੇ। ਮੰਗਲਨਾਥ ਜਾਣਦਾ ਸੀ ਉਹਨੂੰ ਪਤਾ ਸੀ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਕੀ ਛੁਪਿਆ। ਇਹ ਸਿੱਧਾ ਨੇ ਤਾਂ ਬੜਾ ਵੇਖਿਆ ਕਿ ਸਾਡੇ ਕੋਲ ਸ਼ਕਤੀਆਂ ਨੇ ਹੰਕਾਰੀ ਹੋਏ ਜਾ ਕੇ ਛੁਪ ਗਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਲੱਭ ਨਹੀਂ ਸਕਣਗੇ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਕੌਣ ਛੁਪਿਆ ਉਹਨਾਂ ਤੋਂ ਕੌਣ ਲੁਕਾ ਸਕਦਾ ਆਪਣੇ ਆਪ ਨੂੰ।
ਹੁਣ ਇਹ ਖੜੇ ਹੋ ਕੇ ਸਾਰਾ ਜਿਹੜਾ ਤਮਾਸ਼ਾ ਉਹ ਵੇਖਣ ਲੱਗੇ ਹਨ। ਜੈ ਜੈ ਛਪਨ ਕੀਨ ਤਿਨ ਧਾਏ। ਤੇ ਹੁਣ ਜਿੱਥੇ ਜਿੱਥੇ ਇਹਨਾਂ ਸਿੱਧਾਂ ਨੇ ਆਪਣੇ ਆਪ ਨੂੰ ਛਪਾਉਣਾ ਕੀਤਾ ਸੀ, ਜਿਹੜੀ ਜਿਹੜੀ ਦਿਸ਼ਾ ਵੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹਨੇ ਸਰੂਪ ਧਾਰਨ ਕਰਕੇ ਉਸ ਪਾਸ ਵੱਲ ਨੂੰ ਚੱਲ ਪਏ। ਮੂਚਨ ਗਈ ਸਬਨ ਕੀ ਜਾਏ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਾ ਕੇ ਮੁੱਛਾਂ ਤੋਂ ਫੜ ਲਿਆ ਇਹਨਾਂ ਨੂੰ। ਭੰਗਰਨਾਥ ਜਿਹੜੇ ਸ਼ੰਭੂਨਾਥ ਵਰਗੇ ਬੜੇ ਮਾਨੀ ਹੰਕਾਰੀ ਹੋਏ, ਕਹਿੰਦੇ ਸੀ ਲੱਭ ਨਹੀਂ ਸਕਣਾ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਾ ਕੇ ਇਹਨਾਂ ਨੂੰ ਮੁੱਛਾਂ ਤੋਂ ਜਾ ਕੇ ਪਕੜ ਲਿਆ। ਭੰਗਰ ਲਖਿਓ ਮੋਏ ਪਛਾਤ। ਭੰਗਰਨਾਥ ਵੇਖਦਾ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੇਰੇ ਪਿੱਛੇ ਤੁਰੇ ਆ ਰਹੇ ਨੇ ਮੈਨੂੰ ਫੜਨ ਵਾਸਤੇ। ਉਹ ਹੁਣ ਵੇਖਦਾ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੇਰੇ ਪਿੱਛੇ ਤੁਰੇ ਆ ਰਹੇ ਹਨ। ਸ਼ੰਭੂ ਜਾਣੇ ਮੁਝੇ ਗਹਾਤ। ਹੁਣ ਸ਼ੰਭੂ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੈਨੂੰ ਪਕੜ ਰਹੇ ਨੇ। ਗੁਰੂ ਸਾਹਿਬ ਨੇ ਉਹਨੇ ਸਰੂਪ ਧਾਰਨ ਕਰ ਲਏ। ਇਹ ਕਹਿਣ ਲੱਗੇ ਕਿ ਹੁਣ ਭੰਗਰਨਾਥ ਕਹਿੰਦਾ ਕਿ ਮੇਰੇ ਪਿੱਛੇ ਤੁਰੇ ਆ ਰਹੇ ਨੇ। ਸ਼ੰਭੂ ਕਹਿੰਦਾ ਮੈਨੂੰ ਪਕੜਨ ਵਾਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੇਰੇ ਪਿੱਛੇ ਆ ਰਹੇ ਹਨ। ਝੰਗਰ ਲੰਗਰ ਇਸ ਬਿਦ ਜਾਨੀ। ਜਿਹੜਾ ਝੰਗਰ ਸੀ ਲੰਗਰ ਸੀ ਇਹਨਾਂ ਨੇ ਵੀ ਇਸ ਪ੍ਰਕਾਰ ਦੇ ਨਾਲ ਜਾਣਿਆ। ਮਮ ਟਿਗ ਹੈ ਮਾਨੀ। ਇਹ ਵੀ ਰੌਲਾ ਪਾਉਣ ਲੱਗੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਡੇ ਪਿੱਛੇ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਡੇ ਪਿੱਛੇ ਆ ਰਹੇ ਨੇ। ਕੋਈ ਕਹੇ ਮੇਰੇ ਪਿੱਛੇ ਆ ਰਹੇ ਹਨ। ਉਤੇ ਸਿੱਧ ਜੇ ਦੁਰ ਨੇ ਹਾਰੇ। ਜਿੰਨੇ ਵੀ ਛੁਪੇ ਹੋਏ ਸਿੱਧ ਸਨ, ਜਿੱਥੇ ਜਿੱਥੇ ਵੀ ਛੁਪੇ ਸਨ, ਇਹ ਸਾਰੇ ਸਿੱਧ ਸਭ ਨੇ ਆਪਣੇ ਨਿਕਟ ਨਿਹਾਰੇ। ਇਹਨਾਂ ਨੇ ਕੀ ਵੇਖਿਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਾਡੇ ਕੋਲ ਖੜੇ ਨੇ ਸਾਨੂੰ ਫੜਨ ਵਾਸਤੇ। ਜਿੰਨੇ ਵੀ ਸਿੱਧ ਸਨ ਇਹਨਾਂ ਵੇਖਿਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਤਾਂ ਇੱਕ ਨੇ ਤੇ ਸਾਡੇ ਸਾਰਿਆਂ ਕੋਲ ਕਿਵੇਂ ਆ ਗਏ, ਰੌਲਾ ਪੈ ਗਿਆ। ਹੁਣ ਜਿੰਨੇ ਵੀ ਸਿੱਧ ਜਿੱਥੇ ਜਿੱਥੇ ਛੁਪੇ ਹੋਏ ਨੇ ਉਹ ਸਾਰੇ ਆਪਣੇ ਕੋਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਵੇਖਦੇ ਹਨ। ਤਨ ਅਨੇਕ ਤਰ ਤਿਨ ਕੋ ਤੂਰਨ। ਸਤਿਗੁਰ ਪਾਤਸ਼ਾਹ ਜੀ ਨੇ ਅਨੇਕਾਂ ਜਿਹੜੇ ਸਰੀਰ ਧਾਰਨ ਕਰਕੇ ਇਹਨਾਂ ਨੂੰ ਫੜਨ ਵਾਸਤੇ ਤੁਰਤ ਉਸੇ ਵਕਤ ਜਾ ਕੇ ਫੜ ਲਿਆ। ਪਕਰੇ ਜਾਏ ਪ੍ਰਭੂ ਗੁਣ ਪੂਰਨ। ਗੁਣਾਂ ਦੇ ਵਿੱਚ ਪੂਰਨ ਪ੍ਰਭੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਦੇਰੀ ਨੇ ਕੀਤੀ। ਤਤ ਸ਼ਰ ਵਿੱਚ ਜਾ ਕੇ ਇਹਨਾਂ ਸਾਰਿਆਂ ਨੂੰ ਪਕੜਨਾ ਕੀਤਾ। ਦੋਹਰਾ ਮੂਚਨ ਤੇ ਗੈ ਕਰ ਸਰਬ ਕੀਨੋ ਇੱਕ ਥਲ ਸੋਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਛੁਪੇ ਸੀ ਉਥੋਂ ਤੋਂ ਕੱਢ ਕੇ ਮੁੱਛਾਂ ਤੋਂ ਫੜ ਕੇ ਇਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਹੈ। ਨਿਰਬਲ ਹੋਏ ਤੂਸ਼ਨ ਪਏ ਤਿਸ਼ਟੇ ਲੱਜਿਤ ਹੋਏ। ਤੇ ਹੁਣ ਬੜੇ ਹੈਰਾਨ ਨੇ, ਬੜੇ ਨਿਰਬਲ ਹੋ ਗਏ, ਬਲ ਨਹੀਂ ਰਿਹਾ ਸਰੀਰ ਦੇ ਵਿੱਚ, ਤੂਸ਼ਨ ਭਏ ਹੁਣ ਚੁੱਪ ਨੇ ਤੇ ਬੜੇ ਲੱਜਤ ਹੋਏ ਜਿਹੜੇ ਬੈਠੇ ਹਨ ਇਹ ਸਿੱਧ। ਕਿਉਂਕਿ ਮਾਨੀ ਸਨ, ਬੜਾ ਬਿਮਾਨ ਸੀ, ਹੰਕਾਰ ਸੀ ਇਹਨਾਂ ਨੂੰ ਰਿਧੀਆਂ ਸਿੱਧੀਆਂ ਦਾ ਕਿ ਸਾਨੂੰ ਕਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਲੱਭ ਲੈਣਗੇ। ਅਸੀਂ ਤਾਂ ਜਾ ਕੇ ਵੱਖ-ਵੱਖ ਜਿਹੜਾ ਦਿਸ਼ਾਵਾਂ ਵਿੱਚ ਛੁਪ ਜਾਣਾ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਨੂੰ ਲੱਭ ਨਹੀਂ ਸਕਣਗੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਿਨਾਂ ਦੇਰੀ ਕੀਤਿਆਂ ਜਦੋਂ ਸਾਰੇ ਇੱਕ ਥਾਂ ਤੇ ਇਕੱਠੇ ਕਰ ਲਏ, ਹੁਣ ਇਹਨਾਂ ਦਾ ਬਲ ਜਿਹੜਾ ਉਹ ਜਾਂਦਾ ਰਿਹਾ। ਬੜੇ ਨਿਰਬਲ ਹੋਏ, ਬੜੇ ਲੱਜਤ ਹੋਏ, ਬੜੇ ਸ਼ਰਮਸ਼ਾਰ ਹੋਏ ਬੈਠੇ ਹਨ। ਚੋਪਈ ਸ਼੍ਰੀ ਪ੍ਰਭ 300 ਬਚਨ ਅਲਾਏ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਸਾਰੇ ਸਿੱਧਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰ ਲਿਆ ਤੇ ਫਿਰ ਇਹਨਾਂ ਦੇ ਨਾਲ ਬਚਨ ਕਰਨ ਲੱਗੇ, ਕਹਿਣ ਲੱਗੇ ਤੁਮ ਖੋਜੋ ਮੈਂ ਦੁਰ ਹੋ ਜਾਏ। ਕਹਿਣ ਲੱਗੇ ਕਿ ਪਹਿਲਾਂ ਤੁਸੀਂ ਛੁਪੇ ਜਾ ਕੇ, ਅਸੀਂ ਤੁਹਾਨੂੰ ਲੱਭ ਲਿਆ, ਹੁਣ ਵਾਰੀ ਸਾਡੀ ਹੈ, ਅਸੀਂ ਜਾ ਕੇ ਛੁਪਦੇ ਆ, ਤੁਸੀਂ ਸਾਨੂੰ ਲੱਭਣਾ ਕਰਿਓ। ਜੇ ਨੈ ਪਾਵੋ ਇਸ ਬਿਦ ਕਰੀਏ। ਤੇ ਜੇ ਤੁਸੀਂ ਸਾਨੂੰ ਲੱਭ ਨਾ ਸਕੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜੁਗਤੀ ਵੀ ਦੱਸਣ ਲੱਗੇ ਨੇ ਫਿਰ ਕਿਵੇਂ ਲੱਭਾਂਗੇ। ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਇਹਨਾਂ ਨੂੰ ਅਸੀਂ ਲੱਭ ਲਿਆ, ਇਹ ਸਾਨੂੰ ਨਹੀਂ ਲੱਭ ਸਕਣਗੇ। ਕਹਿਣ ਲੱਗੇ ਕਿ ਜੇਕਰ ਤੁਸੀਂ ਸਾਨੂੰ ਨਾ ਲੱਭ ਸਕੇ ਫਿਰ ਇਸ ਤਰੀਕੇ ਦੇ ਨਾਲ ਲਈ ਟਕਾ ਅਰਦਾਸ ਉਚਰੀਏ। ਫਿਰ ਇੱਕ ਟਕਾ ਰੱਖ ਕੇ ਤੁਸੀਂ ਸਾਰੇ ਸਿੱਧ ਮਿਲ ਕੇ ਫਿਰ ਅਰਦਾਸ ਕਰਿਓ। ਜਬ ਸਿਰ ਲਾਵੋਗੇ ਧਰ ਨਾਲ। ਜਦੋਂ ਤੁਸੀਂ ਅਰਦਾਸ ਕਰਕੇ ਧਰਤੀ ਤੇ ਮੱਥਾ ਟੇਕੋਗੇ, ਆਪਣਾ ਸਿਰ ਧਰਤੀ ਦੇ ਨਾਲ ਲਾਓਗੇ, ਦਿਓ ਦਰਸ
ਤੁਮਕੋ ਤਤਕਾਲ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਤਤਕਾਲ ਉਸੇ ਛਣ ਦੇ ਵਿੱਚ ਮੈਂ ਤੁਹਾਨੂੰ ਦਰਸ਼ਨ ਦੇ ਦਿਆਂਗਾ। ਅਸ ਕੈ ਪੰਚ ਤਤ ਕੇ ਮਾਈ। ਇਸ ਪ੍ਰਕਾਰ ਦੇ ਨਾਲ ਇਹਨਾਂ ਸਿੱਧਾਂ ਨੂੰ ਕਹਿ ਕੇ ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਛੁਪਣ ਲੱਗੇ ਨੇ। ਪੰਜ ਜਿਹੜੇ ਤੱਤ ਸਨ, ਪੰਜਾਂ ਤੱਤਾਂ ਤੋਂ ਜਿਨ੍ਹਾਂ ਤੋਂ ਸਰੀਰ ਬਣਿਆ ਹੈ, ਪੰਜ ਤੱਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਹੜੇ ਮਿਲਾ ਦਿੱਤੇ ਹਨ। ਇਹ ਮਿਲਾਏ ਦੀਨ ਚਿੰਤਾਈ। ਤੇ ਜਿਹੜੇ ਕਰਤਾਰ ਦੀ ਅੰਸ਼ ਸੀ ਉਹ ਕਰਤਾਰ ਦੀ ਅੰਸ਼ ਕਰਤਾਰ ਦੇ ਵਿੱਚ ਮਿਲਾ ਦਿੱਤੀ ਹੈ। ਅੰਸ਼ ਲੀਨ ਹੋਇਓ ਕਰਤਾਰਾ। ਕਰਤਾਰ ਦੀ ਅੰਸ਼ ਜਿਹੜੀ ਆ ਉਹ ਕਰਤਾਰ ਦੇ ਵਿੱਚ ਲੀਨ ਹੋ ਗਈ। ਜੇ ਸੇਵਕ ਗਤ ਦੇਵਨ ਹਾਰਾ। ਜੋ ਸੇਵਕਾਂ ਨੂੰ ਮੁਕਤੀ ਦੇਣ ਵਾਲੀ ਹੈ ਨਾ ਉਹ ਕਰਤਾਰ ਦੀ ਜੋਤ, ਉਹ ਜੋਤ ਕਰਤਾਰ ਵਿੱਚ ਮਿਲਾ ਦਿੱਤੀ ਜਿਹੜੀ ਸੇਵਕਾਂ ਨੂੰ ਮੁਕਤੀ ਦੇਣ ਵਾਲੀ ਹੈ। ਸਿੱਧ ਲਗੇ ਖੋਜਨ ਸਮੁਦਾਈ। ਹੁਣ ਸਿੱਧ ਜਿਹੜੇ ਸਨ ਇਹ ਸਾਰੇ ਮਿਲ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਲੱਭਣ ਲੱਗੇ। ਹੁਣ ਲਾਉਣ ਲੱਗੇ ਯਤਨ, ਬੜਾ ਯਤਨ ਕਰਨ ਲੱਗੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਅਸੀਂ ਲੱਭ ਲੈਣਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਲੱਭਣ ਦੇ ਵਾਸਤੇ ਹੁਣ ਸਾਰੇ ਸਿੱਧ ਲੱਗ ਗਏ। ਦਸੋਂ ਦਿਸ਼ ਮੈਂ ਗਮਨੇ ਧਾਈ। ਤੇ ਹੁਣ ਦਸ਼ੇ ਦਿਸ਼ਾਵਾਂ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਕਿਸੇ ਦਿਸ਼ਾ ਦੇ ਵਿੱਚ ਛੁਪੇ ਹੋਣਗੇ ਤੇ ਦਸ਼ੇ ਦਿਸ਼ਾਵਾਂ ਦੇ ਵਿੱਚ ਜਿਹੜੇ ਸਨ ਇਹ ਸਾਰੇ ਚੱਲ ਕੇ ਗਏ ਲੱਭਣ ਵਾਸਤੇ। ਬੈਠੇ ਕਿਤ ਕੋ ਪਾਵੇ ਨਾਈ। ਹੁਣ ਵੇਖਦੇ ਨੇ ਕਿ ਸ਼ਾਇਦ ਇਸ ਦਿਸ਼ਾ ਵਿੱਚ ਗੁਰੂ ਨਾਨਕ ਸਾਹਿਬ ਬੈਠੇ ਹੋਣਗੇ ਜਾਂ ਇਸ ਪੂਰਬ ਦਿਸ਼ਾ ਵਿੱਚ ਬੈਠੇ ਹੋਣਗੇ, ਉੱਤਰ ਦਿਸ਼ਾ ਵਿੱਚ ਬੈਠੇ ਹੋਣਗੇ, ਦੱਖਣ ਦਿਸ਼ਾ ਵਿੱਚ ਬੈਠੇ ਹੋਣਗੇ। ਇਸ ਪ੍ਰਕਾਰ ਦੇ ਨਾਲ ਕਿ ਕਿਸ ਦਿਸ਼ਾ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੈਠੇ ਹੋਣਗੇ। ਖੋਜਤ ਫਿਰੇ ਕਠਨ ਥਲ ਮਾਈ। ਜਿਹੜੇ ਬੜੇ ਕਠਨ ਥਾਂ ਸਨ, ਬੜੇ ਜਿਹੜੇ ਪਰਬਤ ਸਨ, ਔਖੇ ਥਾਵਾਂ ਤੇ ਉੱਥੇ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਇਹਨਾਂ ਨੇ ਭਾਲਿਆ, ਲੱਭਣਾ ਕੀਤਾ। ਕਾਨਨ ਸਰਤਾ ਸਿੰਧ ਪਹਾੜ। ਕਾਨਨ ਬਨ, ਸਰਤਾ ਨਦੀਆਂ ਤੇ ਸਮੁੰਦਰ, ਇਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਕੰਦਰਾਂ ਦੇ ਵਿੱਚ ਇਹਨਾਂ ਨੇ ਲੱਭਣਾ ਕੀਤਾ। ਵਿੱਚ ਗੁਫਾ ਜੈ ਵੱਡੋ ਅੰਧਾਰ। ਜਿਹੜੀਆਂ ਵੱਡੀਆਂ ਵੱਡੀਆਂ ਗੁਫਾਵਾਂ ਸਨ, ਕੰਦਰਾਂ ਸਨ, ਜਿਨ੍ਹਾਂ ਦੇ ਵਿੱਚ ਬੜਾ ਗੂੜਾ ਹਨੇਰਾ ਸੀ। ਉਹਨਾਂ ਕੰਦਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਾਣ ਤੋਂ ਵੀ ਡਰ ਲੱਗਦਾ ਸੀ। ਬੜੇ ਬੜੇ ਵੱਡੇ ਜਿਹੜੇ ਪਰਬਤ ਨੇ ਉਹਨਾਂ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਗੁਫਾਵਾਂ ਨੇ ਉਹਨਾਂ ਦੇ ਵਿੱਚ ਜਿਹੜੇ ਲੋਕ ਬਹਿ ਕੇ ਕਈ ਜਿਹੜੇ ਤਪੀ ਤਪ ਕਰਦੇ, ਆਮ ਮਨੁੱਖ ਉੱਥੇ ਪਹੁੰਚ ਨਹੀਂ ਸਕਦਾ, ਡਰਦਾ ਹੈ। ਉਹਨਾਂ ਗੁਫਾਵਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਗੂੜਾ ਹਨੇਰਾ ਸੀ ਉਹਨਾਂ ਗੁਫਾਵਾਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਲੱਭਣ ਦਾ ਯਤਨ ਕੀਤਾ। ਭਏ ਸ਼ਰਮਿਤ ਤਿਨ ਕਹੂੰ ਨ ਪਾਇਓ। ਹੁਣ ਲੱਭਦਿਆਂ ਜਿਹੜੇ ਸਿੱਧ ਸਨ ਉਹ ਥੱਕ ਗਏ। ਸ਼ਰਮਤ ਤੋਂ ਭਾਵ ਥੱਕ ਗਏ। ਇਹ ਲੱਭਦਿਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਥੱਕ ਗਏ ਪਰ ਲੱਭ ਨਹੀਂ ਸਕੇ। ਫਿਰ ਤੇ ਉਹ ਸਭ ਕੋ ਮਨ ਅਕੁਲਾਇਓ। ਤੇ ਫਿਰਦਿਆਂ ਦਸ਼ੇ ਦਿਸ਼ਾਵਾਂ ਦੀ ਭਾਲ ਕਰਦਿਆਂ ਬਣ ਬੜੇ ਬੜੀਆਂ ਨਦੀਆਂ ਸਮੁੰਦਰ ਭਾਲ ਸੁੱਟੇ। ਬੜੀਆਂ ਕੰਦਰਾਂ ਜਿਹੜੀਆਂ ਗੁਫਾਵਾਂ ਸਨ ਉਹ ਲੱਭ ਲਈਆਂ, ਉਹਨਾਂ ਵਿੱਚ ਭਾਲ ਲਿਆ। ਲੱਭਦਿਆਂ ਜਿਹੜਾ ਇਹ ਥੱਕ ਗਏ, ਬੜੇ ਹੈਰਾਨ ਹੋਏ, ਬੜੇ ਉਕਲਾਏ, ਬੜੇ ਵਿਆਕੁਲ ਹੋਏ ਹਨ। ਇੱਕ ਥਲ ਹੋਏ ਅਰਦਾਸ ਅਲਾਈ। ਤੇ ਜਦੋਂ ਹੁਣ ਵੇਖਿਆ ਕਿ ਸਾਡੀ ਪੇਸ਼ ਨਹੀਂ ਜਾਂਦੀ, ਹੁਣ ਸਾਡੇ ਕੋਈ ਸ਼ਕਤੀ ਕੰਮ ਨਹੀਂ ਕਰਦੀ, ਹੁਣ ਰਿਧੀਆਂ ਸਿੱਧੀਆਂ ਕਿਸੇ ਕੰਮ ਨਹੀਂ ਆ ਰਹੀਆਂ, ਤੇ ਕਹਿਣ ਲੱਗੇ ਕਿ ਹੁਣ ਤਾਂ ਇੱਕੋ ਜਿਹੜੀ ਜੁਗਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੱਸ ਕੇ ਗਏ ਨੇ ਉਹ ਹੀ ਕਰੀਏ। ਬੜੇ ਥੱਕੇ, ਬੜੇ ਵਿਆਕੁਲ ਹੋਏ, ਬੜੇ ਲੱਜਤ ਵੀ, ਸ਼ਰਮਸ਼ਾਰ ਵੀ ਹੋਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਤੇ ਸਾਨੂੰ ਸਾਰਿਆਂ ਨੂੰ ਲੱਭ ਲਿਆ, ਅਸੀਂ ਸਾਰੇ ਮਿਲ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਨਹੀਂ ਲੱਭ ਸਕੇ। ਬੜੇ ਹੁਣ ਵਿਆਕੁਲ ਹੋਏ, ਸਲਾਹ ਕਰਨ ਲੱਗੇ ਕਿ ਕਿਉਂ ਨਾ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿ ਕੇ ਗਏ ਨੇ ਉਹੀ ਜੁਗਤੀ ਵਰਤੀਏ, ਅਰਦਾਸ ਕਰਨਾ ਕਰੀਏ। ਨਮਸਕਾਰ ਇਤ ਗਰੀਬ ਨਿਵਾਈ। ਹੁਣ ਇਹ ਸਾਰੇ ਸਿੱਧ ਇੱਕ ਥਾਂ ਤੇ ਇਕੱਠੇ ਹੋਏ। ਇੱਕ ਥਾਂ ਤੇ ਇਕੱਠੇ ਹੋ ਕੇ ਇਹਨਾਂ ਸਾਰਿਆਂ ਸਿੱਧਾਂ ਨੇ ਮਿਲ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ। ਸਾਰੇ ਜਿਹੜੇ ਸਿੱਧ ਸਨ ਇਕੱਠੇ ਹੋ ਕੇ ਇਹਨਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਉਣ ਲਈ, ਪ੍ਰਾਪਤੀ ਲਈ ਅਰਦਾਸ ਕੀਤੀ ਹੈ। ਤੇ ਧਰਤੀ ਦੇ ਉੱਤੇ ਇਹਨਾਂ ਨੇ ਗਰੀਬ ਅਲਾਈ ਆਪਣੀ ਜਿਹੜੀ ਗਰਦਨ ਸੀ, ਆਪਣਾ ਸਿਰ ਸੀ, ਜਦੋਂ ਮੱਥਾ ਟੇਕਣ ਵਾਸਤੇ ਜ਼ਮੀਨ ਤੇ ਝੁਕਾਇਆ। ਤੈ ਚਿਨ ਪ੍ਰਗਟੇ ਤੁਰਤ ਗੁਸਾਈ। ਤੇ ਉਸੇ ਵੇਲੇ ਤਤ ਛਣ ਦੇ ਵਿੱਚ ਬਿਨਾਂ ਦੇਰੀ ਕੀਤਿਆਂ
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪ੍ਰਗਟ ਹੋ ਗਏ। ਸਤਿ ਸ੍ਰੀ ਅਕਾਲ। ਸਿੱਖ ਦੇ ਅੰਦਰ ਭਾਵਨਾ ਹੋਵੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਅੱਜ ਵੀ ਹਾਜ਼ਰ ਨਾਜ਼ਰ ਨੇ। ਹਿਰਦਾ ਹੋਵੇ ਅਰਦਾਸ ਕਰਨ ਵਾਲਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਨ ਵਾਲਾ ਉਹ ਹਿਰਦਾ ਹੋਵੇ। ਸੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ, ਕਿਉਂਕਿ ਸਿੱਧ ਪਹਿਲਾਂ ਹੰਕਾਰੀ ਹੋਏ ਸਨ, ਹੰਕਾਰ ਸੀ ਇਹਨਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਦਾ, ਤੇ ਜਦੋਂ ਹੁਣ ਦੀਨ ਹੋ ਕੇ, ਸਨਮਰ ਨਿਮਰ ਹੋ ਕੇ, ਦੀਨ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਤਤ ਛਿਨ ਵਿੱਚ ਪ੍ਰਗਟ ਹੋ ਗਏ। ਤਤ ਛਿਨ ਵਿੱਚ ਗੁਰੂ ਸਾਹਿਬ ਜੀ ਪ੍ਰਗਟ ਹੋਏ। ਦੇਖ ਸਿੱਧ ਉਰਗੇ ਬਿਸਮਾਈ। ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਵੇਖ ਕੇ ਜਿਹੜੇ ਸਿੱਧ ਸਨ ਅਚਰਜ ਹੋ ਗਏ, ਹੈਰਾਨ ਹੋ ਗਏ ਕਿ ਅਸੀਂ ਤੇ ਕੋਈ ਜਗ੍ਹਾ ਛੱਡੀ ਨਹੀਂ, ਨਾ ਦਿਸ਼ਾਵਾਂ ਛੱਡੀਆਂ, ਨਾ ਪਰਬਤ ਛੱਡੇ, ਨਾ ਬਣ ਛੱਡੇ, ਨਦੀਆਂ ਸਮੁੰਦਰ ਗੁਫਾਵਾਂ ਜਿਹੜੀਆਂ ਨੇ ਉਹ ਭਾਲ ਮਾਰੀਆਂ, ਖੋਜ ਲਈਆਂ, ਪਰ ਸਾਨੂੰ ਤਾਂ ਕਿਤੋਂ ਮਿਲੇ ਨਹੀਂ। ਤੇ ਹੁਣ ਅਰਦਾਸ ਕੀਤੀ ਹੈ, ਅਰਦਾਸ ਕਰਨ ਦੇ ਦੇਰੀ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਪ੍ਰਗਟ ਹੋ ਗਏ ਨੇ। ਇਹ ਵੇਖ ਕਰਕੇ ਸਿੱਧ ਜਿਹੜੇ ਸਨ ਬੜੇ ਹੈਰਾਨ ਹੋਏ। ਚਲੇ ਨਾ ਬਲ ਲੱਜਿਤ ਹੋਏ ਰਹੇ। ਹੁਣ ਇਹਨਾਂ ਦਾ ਕੋਈ ਬਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਨਹੀਂ ਚੱਲਦਾ। ਬੜੇ ਲੱਜਤ ਹੋਏ, ਬੜੇ ਸ਼ਰਮਸ਼ਾਰ ਹੋਏ। ਤੂਸ਼ਨ ਪਏ ਨਾ ਕੱਚ ਬਚ ਕਏ। ਹੁਣ ਤੂਸ਼ਨ ਹੋਏ, ਚੁੱਪ ਕਰਕੇ ਬੈਠੇ ਨੇ, ਕੋਈ ਵੀ ਗੱਲ ਮੁਖ ਚੋਂ ਨਹੀਂ ਬੋਲਦੇ, ਕੋਈ ਵੀ ਗੱਲ ਹੋ ਮੂੰਹੋਂ ਨਹੀਂ ਕਹਿੰਦੇ, ਸ਼ਰਮਸ਼ਾਰ ਹੋਏ ਚੁੱਪ ਕਰਕੇ ਬੈਠੇ ਹਨ। ਚੱਪੇ ਚੋਰ ਜਿਉ ਓਜ ਦਿਖਾਵਨ। ਤੇ ਜਿਵੇਂ ਚੋਰ ਉਹਨੂੰ ਕੁਝ ਪ੍ਰਾਪਤ ਨਾ ਹੋਵੇ ਜਦੋਂ, ਪਰ ਉਹਨੂੰ ਜਦੋਂ ਚੋਰੀ ਕਰਨ ਜਾਵੇ ਉਹਦੇ ਕੁਝ ਹੱਥ ਨਾ ਲੱਗੇ ਤੇ ਉਹ ਕਹਿੰਦਾ ਕਿ ਮੇਰਾ ਬਲ ਵੀ, ਮੈਂ ਬੜਾ ਯਤਨ ਵੀ ਕੀਤਾ, ਉਹ ਐਵੇਂ ਗਿਆ ਤੇ ਬੜਾ ਕ੍ਰੋਧਿਤ ਹੁੰਦਾ, ਉਹਨੂੰ ਬੜਾ ਗੁੱਸਾ ਚੜਦਾ ਕਿ ਮੈਂ ਆਪਣੇ ਮਿਸ਼ਨ 'ਚ ਕਾਮਯਾਬ ਨਹੀਂ ਹੋ ਸਕਿਆ, ਚੋਰੀ ਕਰਨ ਗਿਆ, ਮੇਰੇ ਹੱਥ ਪੱਲੇ ਕੁਝ ਨਹੀਂ ਲੱਗਿਆ। ਉਹ ਚੋਰ ਦੀ ਨਿਆਈ, ਚੋਰ ਦੀ ਹਾਲਤ ਵਰਗੀ ਹਾਲਤ ਇਹਨਾਂ ਸਿੱਧਾਂ ਦੀ ਬਣੀ ਹੈ। ਕਰਿਓ ਚੈਤ ਜਿਨ ਕੇ ਉਰ ਭਾਵਨਾ। ਕਿਉਂਕਿ ਇਹਨਾਂ ਦੇ ਅੰਦਰ ਪ੍ਰੇਮ ਨਹੀਂ, ਇਹਨਾਂ ਸਿੱਧਾਂ ਦੇ ਅੰਦਰ ਇਹ ਆਪਣੇ ਬਲ ਦਾ, ਆਪਣੀਆਂ ਸ਼ਕਤੀਆਂ ਦਾ ਹੰਕਾਰ ਕਰਦੇ ਨੇ। ਹੰਕਾਰੀ ਆ ਇਹਨਾਂ ਦਾ ਹਿਰਦਾ, ਹੰਕਾਰ ਨਾਲ ਭਰਿਆ। ਤੇ ਜੇ ਇਹਨਾਂ ਦੇ ਹਿਰਦੇ ਵਿੱਚ ਪ੍ਰੇਮ ਹੋਵੇ ਤੇ ਅਜਿਹਾ ਕਦੀ ਵੀ ਨਾ ਕਰਨ, ਸ਼ਕਤੀਆਂ ਦਾ ਮਾਨ ਕਦੀ ਵੀ ਨਾ ਕਰਨ। ਤੇ ਇਹਨਾਂ ਨੇ ਹਿਰਦੇ ਅੰਦਰ ਪ੍ਰੇਮ ਨਹੀਂ, ਪ੍ਰੇਮ ਤੋਂ ਸਖਣਾ ਹਿਰਦਾ ਹੰਕਾਰ ਦਾ ਭਰਿਆ ਹੋਇਆ, ਇਹ ਪ੍ਰੇਮ ਤੋਂ ਸਖਣੇ ਹਨ। ਪਗ ਨਾ ਪਰਈ ਗਰਭ ਡੁਬਾਏ। ਇਹ ਪ੍ਰੇਮ ਵਿੱਚ ਭਿੱਜ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ ਨਹੀਂ ਪੈਂਦੇ। ਇਹ ਕਹਿੰਦੇ ਅਸੀਂ ਨਹੀਂ ਝੁਕਣਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ। ਕਿਉਂ? ਕਿਉਂਕਿ ਮਨ ਅੰਦਰ ਹੰਕਾਰ ਹੈ। ਜਦੋਂ ਬੰਦਾ ਹੰਕਾਰੀ ਹੁੰਦਾ ਨਾ, ਹੰਕਾਰ ਦਾ ਕਿੱਲਾ ਇਹਦੀ ਧੌਣ ਵਿੱਚ ਗੱਡਿਆ ਹੁੰਦਾ, ਉਹ ਝੁਕਦਾ ਨਹੀਂ ਫਿਰ। ਤੇ ਪਾਤਸ਼ਾਹ ਕਹਿੰਦੇ ਅਜਿਹੇ ਹੰਕਾਰੀਆਂ ਨੂੰ ਨਾ ਫਿਰ ਉਹ ਪਰਮੇਸ਼ਰ ਨੱਕ 'ਚ ਨੱਥ ਪਾ ਕੇ ਫਿਰ ਖਿੱਚਦਾ। ਤਿੰਨ ਨੱਕ ਦੇ ਵਿੱਚ ਨੱਥ ਪਾ ਕੇ ਉਹ ਪਰਮੇਸ਼ਰ ਫਿਰ ਅਜਿਹੇ ਹੰਕਾਰੀਆਂ ਦਾ ਹੰਕਾਰ ਦੂਰ ਕਰਦਾ। ਹੁਣ ਹੰਕਾਰ ਵਸ ਹੋਏ, ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ ਨਹੀਂ ਝੁਕਦੇ, ਇਹਨਾਂ ਦੇ ਹਿਰਦਿਆਂ ਅੰਦਰ ਪ੍ਰੇਮ ਨਹੀਂ, ਪ੍ਰੇਮ ਤੋਂ ਇਹ ਸਖਣੇ ਹਨ। ਸਮਤਾ ਹਿਤ ਕੋ ਹਿਰਦੇ ਰਸਾਏ। ਇਸ ਪ੍ਰਕਾਰ ਦੇ ਨਾਲ ਜਿਹੜਾ ਹਿਰਦੇ ਦੇ ਵਿੱਚ ਹੋਰ ਇਹਨਾਂ ਦੇ ਕ੍ਰੋਧ ਵਧਿਆ, ਹਿਰਦੇ ਦੇ ਅੰਦਰ ਈਰਖਾ ਭਰੀ ਹੈ, ਹਿਰਦਾ ਇਹਨਾਂ ਦਾ ਈਰਖਾ ਨਾਲ ਭਰਿਆ ਹੋਇਆ ਹੈ। ਪੁਚੰਗ ਪ੍ਰਿਆਦ ਚੰਦ ਸਭੇ ਸਿੱਧ ਜੋ ਈਰਖਾ ਕੋ ਕਰੇ ਹੈ। ਸਾਰੇ ਸਿੱਧ ਜਿਹੜੇ ਨੇ ਇਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਈਰਖਾ ਕਰ ਰਹੇ ਨੇ। ਈਰਖਾ ਵਸ ਹੋ ਕੇ ਸਾਰਾ ਕੁਝ ਕਰ ਰਹੇ ਨੇ। ਪਹਿਲਾਂ ਕਿੰਨਾ ਕੁਝ ਕਰਕੇ ਵੇਖ ਲਿਆ, ਨਿਰ ਉੱਤਰ ਹੋਏ, ਫਿਰ ਸਮਝ ਨਹੀਂ ਆਈ। ਮੰਗਲਨਾਥ ਨੇ ਸਮਝਾਉਣਾ ਵੀ ਕੀਤਾ, ਇਹਨਾਂ ਇੱਕ ਨਹੀਂ ਸੁਣੀ, ਇੱਕ ਨਹੀਂ ਮੰਨੀ। ਈਰਖਾ ਮਨ ਅੰਦਰ। ਗੁਰੂ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਪ੍ਰਭਤਾ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਮਾਣ ਸਤਿਕਾਰ ਇਹਨਾਂ ਕੋਲੋਂ ਜਰਿਆ ਨਹੀਂ ਜਾਂਦਾ। ਸੰਗਤਾਂ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ, ਉਹ ਇਹਨਾਂ ਕੋਲੋਂ ਜਰਿਆ ਨਹੀਂ ਜਾਂਦਾ। ਈਰਖਾ ਵਸ ਹੋਏ ਸਾਰੇ ਸਿੱਧ ਇਸ ਤਰ੍ਹਾਂ ਦੇ ਨਾਲ ਕਰਦੇ ਹਨ। ਨਹੀਂ ਪਾਓ ਕੈਸੋ ਹਿਰਦੇ ਮੋਤਰੇ ਹੈ। ਕਿਵੇਂ ਹਿਰਦੇ ਵਿੱਚ ਇਹ ਪ੍ਰੇਮ ਧਾਰਨ ਕਰ, ਜਿਹੜਾ ਈਰਖਾ ਨਾਲ ਭਰਿਆ ਹਿਰਦਾ ਉਹਦੇ ਅੰਦਰ ਪ੍ਰੇਮ ਨਹੀਂ ਆ ਸਕਦਾ।
ਉਹਦੇ ਅੰਦਰ ਪ੍ਰੇਮ ਨਹੀਂ ਆ ਸਕਦਾ। ਈਰਖਾ ਕੱਢਣੀ ਪਏਗੀ ਪਹਿਲਾਂ ਅੰਦਰੋਂ, ਈਰਖਾ ਦਾ ਤਿਆਗ ਕਰਨਾ ਪਏਗਾ, ਫਿਰ ਹਿਰਦੇ ਅੰਦਰ ਪ੍ਰੇਮ ਦੀ ਜੋਤ ਜਗੇਗੀ, ਫਿਰ ਪ੍ਰੇਮ ਆਏਗਾ। ਈਰਖਾ ਵਸ ਹੋਏ ਇਹਨਾਂ ਦਾ ਹਿਰਦਾ ਜਿਹੜਾ ਹੈ ਉਹ ਭਾਵ ਤੋਂ ਪ੍ਰੇਮ ਤੋਂ ਸਖਣਾ ਹੈ। ਬੁਝੇ ਨਾ ਬੁਝਾਈ ਬਰੀ ਹੈ ਅਪਾਰਾ। ਜਿਹੜੀ ਈਰਖਾ ਦੀ ਅੱਗ ਇਹਨਾਂ ਦੇ ਅੰਦਰ ਬਲ ਰਹੀ ਹੈ ਉਹ ਬੁਝਾਇਆ ਵੀ ਬੁਝਦੀ ਨਹੀਂ। ਈਰਖਾ ਦੀ ਅੱਗ ਬੜੀ ਮਾੜੀ ਹੈ, ਮਨੁੱਖ ਨੂੰ ਅੰਦਰੋਂ ਅੰਦਰ ਸਾੜ ਸੁੱਟਦੀ ਹੈ। ਈਰਖਾ ਦੀ ਅੱਗ ਅਜਿਹੀ ਪ੍ਰਬਲ ਬਲ ਰਹੀ ਹੈ ਇਹਨਾਂ ਦੇ ਅੰਦਰ, ਐਸੇ ਭਾਂਬੜ ਈਰਖਾ ਦੇ ਮਚ ਰਹੇ ਨੇ ਜਿਹੜੀ ਇਹਨਾਂ ਨੂੰ ਅੰਦਰੋਂ ਸਾੜ ਰਹੀ ਹੈ, ਉਹ ਬੁਝਾਇਆ ਵੀ ਬੁਝਦੀ ਨਹੀਂ। ਤਬੇ ਰੂਪ ਤਾਰੇ ਅਨੇਕੰ ਪ੍ਰਕਾਰਾ। ਹੁਣ ਇੱਥੇ ਵੀ ਬਸ ਨਹੀਂ ਕੀਤੀ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਸਾਡੀ ਕੋਈ ਪੇਸ਼ ਨਹੀਂ ਜਾਂਦੀ, ਜਿੱਥੇ ਅਸੀਂ ਜਾ ਕੇ ਸੁਪਨਾ ਕੀਤਾ ਉੱਥੋਂ ਵੀ ਲੱਭ ਲਿਆਂਦਾ। ਹੁਣ ਫਿਰ ਇਹਨਾਂ ਨੇ ਚਾਰਾ ਕੀਤਾ, ਯਤਨ ਕੀਤਾ, ਕਿਸੇ ਨਾ ਕਿਸੇ ਤਰ੍ਹਾਂ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਨੀਵਾਂ ਵਿਖਾਉਣਾ ਹੈ। ਇਹ ਮਨ ਅੰਦਰ ਈਰਖਾ ਬਣੀ ਹੋਈ ਹੈ ਤੇ ਇਹਨਾਂ ਨੇ ਫਿਰ ਕਈ ਤਰ੍ਹਾਂ ਦੇ ਜਿਹੜੇ ਸਰੂਪ ਨੇ ਇਸ ਨੇ ਉਹ ਧਾਰਨ ਕੀਤੇ। ਕੋਈ ਸ਼ੇਰ ਬਣਦਾ, ਕੋਈ ਬਾਘ ਬਣਦਾ ਹੈ, ਉਹ ਆਪਾਂ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਸਦਿਆਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ, ਆਸੀਸ ਬਖਸ਼ਣੀ। ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਮੈਂ ਮੂਰਖ ਕੀ ਕੇਤਕ ਬਾਤ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ। ਮੂਰਖ ਕੀ ਕੇਤਕ ਬਾਤ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਦੇ ਤਰਿਆਰੇ, ਕੋਟ ਪਰਾਦੇ ਤਰਿਆਰੇ, ਕੋਟ ਪਰਾਦੀ ਤਰਿਆਰੇ, ਕੋਟ ਪਰਾਦੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨ ਪਰਿਆ ਰੇ, ਸੇ ਫਿਰ ਗਰਭਾਸ ਨ ਪਰਿਆ ਰੇ, ਫਿਰ ਗਰਬਾਸ ਨ ਪਰਿਆ ਰੇ, ਸੇ ਫਿਰ ਗਰਬਾਸ ਨ ਪਰਿਆ ਰੇ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁਤ ਹੈ ਪਾਰ ਬ੍ਰਹਮਾ, ਅਗਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਸੁਖ ਭੰਜਨ ਗੁਣ ਤਾਸ, ਹੇ ਸੰਗੇ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕੁਰ ਹਉ ਦਾਸੁਰ, ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੂਜੈ ਨਾਮ ਦਾਨ, ਰਾ ਕੋਈ ਐ ਪਰੋਏ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ
ਪਾਰ ਜੋ ਸ਼ਰਦਾ ਕਰ ਸੇਵਾਂਦੇ ਗੁਰ ਪਾਰ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਛੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵਾਂਦੇ ਗੁਰ ਪਾਰ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ ਕਿ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਤਿਗੁਰਾਂ ਦੇ 427ਵੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਮਹਾਨ ਅੰਮ੍ਰਿਤ ਸੰਚਾਰ ਗੁਰਦੁਆਰਾ ਜਾਪ ਸਾਹਿਬ ਮਹੱਲਾ ਕਨੇਰਾ ਤਵਕਲੀ ਮੁੜ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। 5 ਜੁਲਾਈ ਦਿਨ ਮੰਗਲਵਾਰ ਨੂੰ 5 ਤਰੀਕ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਸਮੇਂ ਸਿਰ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣੋ। ਅੰਮ੍ਰਿਤ ਅਬਲਾਖੀਆਂ ਨੂੰ ਕਕਾਰਾਂ ਦੀ ਸੇਵਾ ਫ੍ਰੀ ਕੀਤੀ ਜਾਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
दुष्ट बंधन अनक बार, सर्व कला समरथ डोलंते राखो प्रभु प्रभु प्रभु। नानक दे कर हथ। फिरत फेरत